ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਬੁੱਧੂ ਸ਼ਾਹ ਪੜ੍ਹਿਓ ਖਤ ਜਪੈ, ਧੁਨਿਓ ਸੀਸ ਜੁਤ ਚਿੰਤਾ ਤਬੈ। ਮੁਝ ਕੋ ਬੀਚ ਦੀਨ ਮਤ ਮੂਢੇ, ਰਣ ਤੇ ਡਰ ਕਰ ਗਏ ਅਰੂੜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਮਹਾਨ ਰਹਿਮਤ ਕੀਤੀ ਹੈ। ਸਤ ਸੰਗਤ ਦੇ ਸੁਭਾਗੇ ਸਮੇਂ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੇ। ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਆਪਾਂ ਸਰਵਣ ਕਰ ਰਹੇ ਸੀ। ਇਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਦੀ ਕਥਾ ਆਪਾਂ ਸਰਵਣ ਕਰਦੇ ਹਾਂ। ਪਿਛਲੇ ਦੀਵਾਨ ਦੇ ਵਿੱਚ ਬਚਨ ਸਰਵਣ ਕੀਤੇ। 500 ਪਠਾਨ ਮਹਾਰਾਜ ਨੇ ਫੌਜ ਵਿੱਚ ਭਰਤੀ ਰੱਖਿਆ ਹੋਇਆ। ਜਿਸ ਵੇਲੇ ਪਹਾੜੀਏ ਰਾਜੇ ਜੰਗ ਕਰਨ ਵਾਸਤੇ ਆਏ, ਇਹਨਾਂ ਪਠਾਨਾਂ ਨੇ ਬਹਾਨਾ ਬਣਾ ਕੇ ਮਹਾਰਾਜ ਕੋਲੋਂ ਭੱਜ ਗਏ। ਇਕੱਲੇ ਭੱਜੇ ਹੀ ਨਹੀਂ, ਪਹਾੜੀਆਂ ਦੀ ਫੌਜ ਵਿੱਚ ਜਾ ਕੇ ਰਲ ਗਏ। ਜਦੋਂ ਪਹਾੜੀਏ ਮਹਾਰਾਜ ਨਾਲ ਜੰਗ ਕਰਨਗੇ ਤੇ ਅਸੀਂ ਮਹਾਰਾਜ ਦਾ ਖਜ਼ਾਨਾ ਲੈ ਕੇ ਦੌੜ ਜਾਵਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਮੁਖੋਂ ਬਚਨ ਨਿਕਲੇ। ਕਹਿਣ ਲੱਗੇ ਇਹ ਇੱਥੋਂ ਕਿਤੇ ਜਾ ਹੀ ਨਹੀਂ ਸਕਦੇ, ਭਾਵ ਕਿ ਇੱਥੇ ਹੀ ਇਹਨਾਂ ਦਾ ਅੰਤ ਸਮਾਂ ਆਉਣਾ ਹੈ। ਸਤਿਗੁਰਾਂ ਨੇ ਇੱਕ ਚਿੱਠੀ ਲਿਖਵਾਈ ਹੈ। ਪੀਰ ਬੁੱਧੂ ਸ਼ਾਹ ਜੀ, ਜੋ ਸਢੌਰੇ ਨਗਰ ਦੇ ਰਹਿਣ ਵਾਲਾ ਹੈ, ਇਹ ਜਿਹੜੇ 500 ਪਠਾਨ ਸਨ, ਇਹ ਪੀਰ ਬੁੱਧੂ ਸ਼ਾਹ ਨੇ ਭਰਤੀ ਕਰਵਾਏ ਸਨ ਕਹਿ ਕੇ। ਤੇ ਚਿੱਠੀ ਵਿੱਚ ਮਹਾਰਾਜ ਨੇ ਲਿਖਵਾਇਆ ਵੀ ਤੇਰੇ ਸੂਰਮੇ ਜਿਹੜੇ ਤੂੰ ਬੁੱਧੂ ਸ਼ਾਹ ਰਖਵਾਏ ਸੀ, ਉਹ ਦੌੜ ਗਏ ਨੇ, ਨਮਕ ਹਰਾਮੀ ਬਣ ਗਏ। ਇਹ ਚਿੱਠੀ ਬੁੱਧੂ ਸ਼ਾਹ ਪੀਰ ਨੇ ਪੜ੍ਹੀ ਹੈ। ਇਤਿਹਾਸ ਬਚਨ ਆਪਾਂ ਪਹਿਲਾਂ ਸਰਵਣ ਕਰ ਆਏ, ਇੱਥੋਂ ਅੱਗੇ ਇਤਿਹਾਸ ਆਪਾਂ ਸਰਵਣ ਕਰਾਂਗੇ। ਪੀਰ ਬੁੱਧੂ ਸ਼ਾਹ ਜੀ ਕੀ ਜਵਾਬ ਦੇਣਗੇ, ਆਓ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੁੱਧੂ ਸ਼ਾਹ ਪੜ੍ਹਿਓ ਖਤ ਜਪੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਗਈ ਹੋਈ ਚਿੱਠੀ ਬੁੱਧੂ ਸ਼ਾਹ ਪੀਰ ਨੇ ਪੜ੍ਹੀ ਜਾਂ ਪੜ੍ਹਾਈ, ਤੇ ਪੜ੍ਹਨ ਤੋਂ ਮਗਰੋਂ ਫਿਰ ਉਸ ਵੇਲੇ ਧੁਨਿਓ ਸੀਸ ਜੁਤ ਚਿੰਤਾ ਤਬੈ। ਭਾਈ ਬੁੱਧੂ ਸ਼ਾਹ ਜਿਹੜੇ ਪੀਰ ਨੇ ਨਾ, ਚਿੰਤਾ ਵਿੱਚ ਆਪਣਾ ਸਿਰ ਹਿਲਾਉਂਦੇ ਨੇ। ਜਿਵੇਂ ਆਪਾਂ ਨਾਹ ਦੇ ਵਿੱਚ ਸਿਰ ਮਾਰਦੇ ਆ ਨਾ, ਇਸ ਤਰ੍ਹਾਂ ਸਿਰ ਹਿਲਾਇਆ। ਕਹਿਣ ਲੱਗੇ ਇਹ ਕੀ ਕੀਤਾ, ਭਾਵ ਕਿ ਪਛਤਾਏ ਮਨ ਦੇ ਵਿੱਚ ਵੀ ਇਹ ਕੀ ਕੀਤਾ ਇਹਨਾਂ ਨੇ। ਮੈਂ ਵਿੱਚ ਜਾਮਨੀ ਲਈ ਹੈ, ਮੈਂ ਵਿੱਚ ਜ਼ਿੰਮੇਵਾਰ ਬਣਿਆ, ਤੇ ਇਹ ਛੱਡ ਕੇ ਭੱਜੇ ਨੇ। ਪੀਰ ਬੁੱਧੂ ਸ਼ਾਹ ਸੁਣ ਕੇ ਚਿੱਠੀ ਪੜ੍ਹ ਕੇ ਆਪਣਾ ਸਿਰ ਹਿਲਾਉਂਦੇ ਨੇ, ਪਛਚਾਤਾਪ ਕਰਦੇ, ਪਛਤਾਉਂਦੇ ਵੀ ਇਹ ਕੀ ਹੋਇਆ ਹੈ। ਮੁਝ ਕੋ ਬੀਚ ਦੀਨ ਮਤ ਮੂਢੇ। ਮਨ ਵਿੱਚ ਸੋਚਦੇ ਪਏ ਇਹਨਾਂ ਮੂਰਖਾਂ ਨੇ ਮੈਨੂੰ ਵਿੱਚ ਵਿਚੋਲਾ ਬਣਾਇਆ ਸੀ। ਆਪ ਜੇ ਭੱਜਣਾ ਸੀ ਤੇ ਮੈਨੂੰ ਵਿੱਚ ਕਿਉਂ ਲਿਆ। ਆਪਣੇ ਆਪ ਜਾਂਦੇ, ਭਰਤੀ ਹੁੰਦੇ, ਨਹੀਂ ਸੀ ਜੰਗ ਲੜਨਾ ਤੇ ਭੱਜ ਜਾਂਦੇ, ਉਹ ਗੱਲ ਵੱਖਰੀ ਹੈ। ਮੈਨੂੰ ਵਿੱਚ ਵਿਚੋਲਾ ਬਣਾਇਆ ਵੀ ਚਲੋ ਸਤਿਗੁਰਾਂ ਦੇ ਕੋਲ ਸਾਨੂੰ ਭਰਤੀ ਕਰਵਾ ਕੇ ਲਿਆਓ। ਮੈਨੂੰ ਵਿੱਚ ਵੀ ਪਾ ਲਿਆ ਤੇ ਹੁਣ ਭੱਜ ਵੀ ਗਏ। ਉਲਾਂਭਾ ਕਿਹਨੂੰ ਆਇਆ, ਮੈਨੂੰ ਆਇਆ। ਇਹ ਮੂਰਖ ਮੱਤ ਵਾਲੇ ਪਠਾਨਾਂ ਨੇ ਕੀ ਕੀਤਾ ਹੈ, ਮੈਨੂੰ ਵਿੱਚ ਸਿਫਾਰਸ਼ੀ ਵੀ ਬਣਾਇਆ ਤੇ ਮੈਨੂੰ ਦੱਸਣ ਤੋਂ ਬਿਨਾਂ ਦੌੜ ਗਏ ਹਨ। ਰਣ ਤੇ ਡਰ ਕਰ ਗਏ ਅਰੂੜੇ। ਤੇ ਰਣ ਤੋਂ ਡਰ ਕੇ, ਜੰਗ ਤੋਂ ਡਰ ਕੇ ਭੱਜੇ। ਹੁਣ ਸੂਰਮੇ ਦਾ ਕੰਮ ਇਹ ਹੈ ਵੀ ਜੰਗ ਦੇ ਵਿੱਚ ਨਿਤਰੇ, ਜੰਗ ਕਰੇ ਮੈਦਾਨ ਦੇ ਵਿੱਚ, ਪਰ ਡਰ ਕੇ ਭੱਜਣਾ ਇਹ ਸੂਰਮਿਆਂ ਵਾਲਾ ਕੰਮ ਨਹੀਂ ਹੈ।
ਇਹ ਜੰਗ ਤੋਂ ਡਰ ਕੇ ਭੱਜ ਗਏ ਹਨ। ਉਪਾਲੰਭ ਸਤਿਗੁਰ ਕਹਿ ਸਾਚੋ। ਤੇ ਸਤਿਗੁਰਾਂ ਦਾ ਉਲਾਂਭਾ ਸੱਚਾ ਹੈ। ਮਹਾਰਾਜ ਨੇ ਉਲਾਂਭਾ ਦਿੱਤਾ, ਕਹਿਣ ਲੱਗੇ ਪੀਰ ਬੁੱਧੂ ਸ਼ਾਹ ਜੀ, ਜਿਨ੍ਹਾਂ 500 ਪਠਾਨਾਂ ਦੀ ਤੁਸੀਂ ਭਰਤੀ ਕਰਵਾਈ ਹੈ, ਤੁਹਾਡੇ ਸੂਰਮੇ ਦੌੜ ਗਏ ਮੈਦਾਨ ਵਿੱਚ। ਜੇ ਮਹਾਰਾਜ ਨੇ ਉਲਾਂਭਾ ਦਿੱਤਾ ਤੇ ਸੱਚਾ ਹੀ ਦਿੱਤਾ, ਠੀਕ ਦਿੱਤਾ, ਖਰਾ ਦਿੱਤਾ। ਮਹਾਰਾਜ ਦਾ ਉਲਾਂਭਾ ਵੀ ਜਾਇਜ਼ ਹੈ, ਇਹ ਉਹਨਾਂ ਨੇ ਠੀਕ ਆਖਿਆ ਹੈ। ਜਿਸ ਤੇ ਪਰਿਓ ਤਿਨੋ ਸੰਗ ਕਾਚੋ। ਤੇ ਇਸ ਕਰਕੇ ਮੈਂ ਸਤਿਗੁਰਾਂ ਦੇ ਅੱਗੇ ਕੱਚਾ ਪੈ ਗਿਆ, ਭਾਵ ਕਿ ਫਿੱਕਾ ਪੈ ਗਿਆ। ਪਹਿਲਾਂ ਮੈਂ ਬੜੇ ਮਾਣ ਦੇ ਨਾਲ ਜਾਂਦਾ ਸੀ ਮਹਾਰਾਜ ਦੇ ਕੋਲ, ਮਾਣ ਦੇ ਨਾਲ ਬੇਨਤੀ ਕਰਦਾ, ਸਤਿਗੁਰੂ ਮੇਰਾ ਬਚਨ ਨਹੀਂ ਸਨ ਮੋੜਦੇ। ਇਹਨਾਂ ਮੂਰਖਾਂ ਦੇ ਕਰਕੇ ਮੈਂ ਮਹਾਰਾਜ ਦੇ ਅੱਗੇ ਹੌਲਾ ਪੈ ਗਿਆ, ਕੱਚਾ ਪੈ ਗਿਆ, ਫਿੱਕਾ ਪੈ ਗਿਆ। ਹੁਣ ਮੈਂ ਮਹਾਰਾਜ ਨੂੰ ਕਿਵੇਂ ਮੂੰਹ ਵਿਖਾਵਾਂਗਾ, ਇਸ ਤਰ੍ਹਾਂ ਸੋਚਦੇ ਹਨ। ਅਬ ਪੁਰਸ਼ਾਰਥ ਮੈਂ ਨਿਜ ਕਰੋ। ਸੋ ਹੁਣ ਮੈਂ ਕੀ ਕਰਾਂ, ਮੈਂ ਹੁਣ ਕੀ ਕਰਾਂ, ਜਿਸ ਕਰਕੇ ਮਹਾਰਾਜ ਮੇਰੇ ਤੇ ਖੁਸ਼ ਹੋਣਾ ਕਰਨਾ। ਤਨ ਮਨ ਦੈ ਗੁਰ ਕਾਰਜ ਕਰੋ। ਹੁਣ ਭਾਵੇਂ ਮੈਨੂੰ ਆਪਣਾ ਤਨ ਵੀ ਭੇਟਾ ਕਰਨਾ ਪਵੇ, ਪਰ ਮਹਾਰਾਜ ਨੂੰ ਮੈਂ ਪੁਰਸ਼ਾਰਥ ਕਰਾਂਗਾ, ਖੁਸ਼ ਕਰਾਂਗਾ ਆਪਣੇ ਆਪ। ਤੇ ਮਹਾਰਾਜ ਨਾਰਾਜ਼ ਹੋ ਗਏ ਨਾ ਮੇਰੇ ਨਾਲ, ਵੀ ਤੇਰੇ ਬੰਦੇ ਭੱਜ ਗਏ। ਚਲੋ ਬਗਾਨਿਆਂ ਤੇ ਕਾਹਦਾ ਮਾਣ ਕਰਨਾ, ਪਰ ਮੈਂ ਮਹਾਰਾਜ ਨੂੰ ਹੁਣ ਪ੍ਰਸੰਨ ਕਰ ਲਵਾਂਗਾ, ਭਾਵੇਂ ਮੈਨੂੰ ਆਪਣਾ ਤਨ ਸਰੀਰ ਵੀ ਕੁਰਬਾਨ ਕਰਨਾ ਪਵੇ। ਜੋ ਮਰਜ਼ੀ ਕਰਨਾ ਪਵੇ, ਮੈਂ ਉਹ ਕਰਨ ਵਾਸਤੇ ਤਿਆਰ ਹਾਂ। ਚਹਿਤ ਪ੍ਰਭੂ ਢੰਗ ਢਿਗ ਆਪਨ ਰਸੀਦ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪਣੇ ਕੋਲ ਜਿਹੜਾ ਹੈ ਰੱਖਣਾ ਚਾਹੁੰਦੇ ਨੇ, ਪਹੁੰਚਣਾ ਚਾਹੁੰਦਾ ਹੈ। ਸਤਿਗੁਰਾਂ ਦੇ ਕੋਲ ਇਹ ਬੁੱਧੂ ਸ਼ਾਹ ਪੀਰ ਪਹੁੰਚਣਾ ਚਾਹੁੰਦਾ ਹੈ। ਕਰੇ ਸਕੇਲਨ ਸਕਲ ਮੁਰੀਦ। ਹੁਣ ਇਸ ਨੇ ਸੋਚਿਆ ਵੀ ਜਿਹੜੇ 500 ਪਠਾਨ ਰਖਾਏ ਨੇ ਉਹ ਤੇ ਦੌੜ ਗਏ, ਤੇ ਮੈਨੂੰ ਉਹਨੇ ਸੂਰਮੇ ਮਹਾਰਾਜ ਦੇ ਕੋਲ ਲੈ ਕੇ ਜਾਣੇ ਚਾਹੀਦੇ ਜਿੰਨੇ ਭੱਜੇ ਨੇ। ਮੈਂ ਕਹਾਂਗਾ ਮਹਾਰਾਜ ਉਹ ਚਲੇ ਗਏ ਤੇ ਤਾਂ ਕੀ ਹੋਇਆ, ਆਹ ਵੇਖੋ ਮੈਂ 500 ਦਾ ਜਥਾ ਨਾਲ ਲੈ ਕੇ ਆਇਆ। ਆਪਾਂ ਆਖਦੇ ਨਾ ਵੀ ਪੀਰ ਬੁੱਧੂ ਸ਼ਾਹ ਦੇ ਚੇਲੇ, ਪਰਿਵਾਰ ਦੇ ਮੈਂਬਰ ਜੰਗ ਦੇ ਵਿੱਚ ਕਈ ਕੁਰਬਾਨ ਹੋਏ, ਉਹਨਾਂ ਦੇ ਕੁਰਬਾਨ ਹੋਣ ਦਾ ਕਾਰਨ ਇਹ ਸੀ ਪਠਾਨਾਂ ਨੇ ਦਗਾ ਦਿੱਤਾ, ਤੇ ਪੀਰ ਬੁੱਧੂ ਸ਼ਾਹ ਨੂੰ ਫਿਰ ਇਹ ਕੁਰਬਾਨੀ ਕਰਨੀ ਪਈ। ਇਹਨਾਂ ਨੇ ਫਿਰ ਉਸ ਵੇਲੇ ਜਿੰਨੇ ਆਪਣੇ ਮੁਰੀਦ ਸਨ ਨਾ, ਚੇਲੇ ਸੇਵਕ, ਤੇ ਸਾਰਿਆਂ ਨੂੰ ਸੱਦਾ ਭੇਜਿਆ ਤੇ ਆਪਣੇ ਕੋਲ ਬੁਲਾਇਆ ਵੀ ਆਓ ਭਾਈ ਤੁਹਾਡੇ ਨਾਲ ਕੰਮ ਪੈ ਗਿਆ ਤੇ ਆਉਣਾ ਕਰੋ। ਏ ਸਾਤ ਸੈ ਗਿਣਤੀ ਮਾਹੇ। ਜਦੋਂ ਇਹ ਇਕੱਠੇ ਹੋਏ ਨਾ ਚੇਲੇ ਪੀਰ ਜੀ ਦੇ, ਤੇ ਗਿਣਤੀ ਕੀਤੀ 700 ਹੋ ਗਏ। ਪਠਾਨ ਤੇ 500 ਭੱਜਾ, ਪਠਾਨਾਂ ਦੀ ਥਾਂ ਤੇ ਆਪਣੇ ਬੰਦਿਆਂ ਦੀ ਗਿਣਤੀ ਦੇਣੀ ਹੈ, ਗਿਣਤੀ 200 ਹੋਰ ਵੱਧ ਗਈ ਹੈ। ਪੀਰ ਦਾ ਬਚਨ ਸੁਣ ਕੇ ਮੰਨਣ ਵਾਲੇ 700 ਦੀ ਗਿਣਤੀ ਵਿੱਚ ਮੁਰੀਦ ਜਿਹੜੇ ਇਹਦੇ ਚੇਲੇ ਨੇ, ਸੇਵਕ ਨੇ, ਇਹ ਤੇ ਸ਼ਰਧਾ ਰੱਖਣ ਵਾਲੇ, ਪਿਆਰ ਕਰਨ ਵਾਲੇ, ਉਹਨਾਂ ਦੀ ਗਿਣਤੀ 700 ਹੋ ਗਈ ਹੈ। ਰਣ ਕਰਵੇ ਕੀ ਧਰਤ ਉਮਾਹੇ। ਫਿਰ ਇਹ ਸਾਰੇ ਦੇ ਸਾਰੇ ਸੂਰਮੇ ਸਨ, ਜੰਗ ਕਰਨਾ ਚਾਹੁੰਦੇ ਸਨ ਚਾਅ ਦੇ ਨਾਲ। ਇਹ ਨਹੀਂ ਵੀ ਆਮ ਦੁਨੀਆ ਦੇ ਜਾਂ ਪਰਿਵਾਰ ਦੇ ਘਰਾਂ ਦੇ ਵਿੱਚੋਂ ਆਮ ਕੋਈ ਬੰਦੇ ਲੈ ਆਉਂਦੇ, ਨਹੀਂ। ਬੰਦੇ ਉਹ ਨੇ ਜਿਹੜੇ ਜੰਗ ਕਰਨ ਦੀ ਇੱਛਾ ਰੱਖਦੇ, ਬੜੇ ਉਤਸ਼ਾਹ ਦੇ ਨਾਲ ਜੰਗ ਕਰਨਾ ਚਾਹੁੰਦੇ ਹਨ। 4 ਪੁੱਤਰ ਆਪਣੇ ਸੰਗ ਲੀਨੇ। ਤੇ ਗੁਰਮੁਖੋ ਕੱਲੇ 700 ਮਰੀਦ ਨਹੀਂ, ਪੀਰ ਬੁੱਧੂ ਸ਼ਾਹ ਦੇ 4 ਪੁੱਤਰ ਸਨ, ਤੇ 4 ਨੂੰ ਅੱਗੇ ਲਾਇਆ, ਕਹਿਣ ਲੱਗਾ ਚਲੋ ਮੇਰੇ ਨਾਲ। ਬਗਾਨਿਆਂ ਤੇ ਮਾਨ ਨਹੀਂ, ਆਪਣਿਆਂ ਤੇ ਮਾਨ ਹੈ ਨਾ। ਤੁਸੀਂ ਮੇਰੇ ਪੁੱਤਰ ਹੋ। ਮੇਰਾ ਬਚਨ ਅੱਜ ਝੂਠਾ ਪੈ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ, ਤੇ ਬਚਨ ਝੂਠਾ ਨਾ ਪਵੇ। ਆਪਾਂ ਬਚਨ ਪੜ੍ਹਦੇ ਆ ਨਾ, ਸੂਰ ਬੀਰ ਬਚਨ ਕੇ ਬਲੀ, ਸੂਰਮੇ ਬਚਨਾਂ ਦੇ ਬਲੀ ਹੁੰਦੇ। ਇਹਨੇ 4 ਪੁੱਤਰ ਜਿਹੜੇ ਦੇ ਆਪਣੇ ਸਨ, ਉਹ ਵੀ ਇਸ ਨੇ ਨਾਲ ਲੈ ਲਿਆ ਵੀ ਚਲੋ ਮੇਰੇ ਨਾਲ ਚੱਲਣਾ ਕਰੋ। ਸਵਾਧਾਨ ਸ਼ਸਤਰਨ ਜੁਤ ਕੀਨੇ। ਤੇ ਕਹਿਣ ਲੱਗੇ ਵੀ ਸਾਰੇ ਸਾਵਧਾਨ ਕੀਤੇ, ਸ਼ਸਤਰਾਂ ਦੇ ਸਮੇਤ। ਆਖਿਆ ਵੀ ਆਪੋ ਆਪਣੇ ਘਰ ਦੇ ਵਿੱਚੋਂ ਅਸਲਾ ਵੀ ਲੈ ਕੇ ਚੱਲੋ। ਜਿਹੜਾ ਬੰਦੂਕ ਚਲਾਉਣੀ ਜਾਣਦਾ ਬੰਦੂਕ ਨਾਲ ਲੈ ਕੇ ਜਾਵੇ, ਜਿਹੜਾ ਤਲਵਾਰ ਚਲਾਉਣੀ ਜਾਣਦਾ, ਤੀਰ ਚਲਾਉਣਾ ਜਾਣਦਾ, ਜਿਹੜਾ ਵੀ ਸ਼ਸਤਰ ਚਲਾਉਣਾ ਜਾਣਦੇ ਹੋ, ਆਪੋ ਆਪਣੇ ਘਰ ਦੇ ਵਿੱਚੋਂ ਲੈ ਕੇ ਚੱਲਣਾ ਕਰੋ। ਸ਼ਹਿਰ ਸਢੌਰੇ ਤੇ ਚੱਲ ਪਰਿਓ। ਕਹਿੰਦੇ ਵੀ ਇਸ ਤਰ੍ਹਾਂ ਇੰਨੇ ਵਿਅਕਤੀ ਲੈ ਕੇ ਇਹ ਪੀਰ ਜੀ ਜਿਹੜੇ ਨੇ ਸਢੌਰੇ ਨਗਰ ਤੋਂ, ਸਢੌਰਾ ਨਗਰ ਗੁਰਮੁਖੋ ਪਾਉਂਟਾ ਸਾਹਿਬ ਦੇ ਨੇੜੇ ਹੀ ਹੈ, ਕੋਈ ਬਹੁਤਾ ਦੂਰ ਨਹੀਂ, ਹਿਮਾਚਲ ਦੇ ਵਿੱਚ ਹੀ ਪੈਂਦਾ।
ਇਹ ਆਪਣੇ ਨਗਰ ਤੋਂ ਪੀਰ ਜੀ ਇੰਨੇ ਵਿਅਕਤੀ ਲੈ ਕੇ ਚੱਲ ਪਏ ਹਨ। ਪ੍ਰੇਮ ਗੁਰੂ ਦਰਸ਼ਨ ਕੋ ਧਰਿਓ। ਨਾਲ ਸਤਿਗੁਰਾਂ ਦੇ ਪ੍ਰਤੀ ਇਹਦਾ ਪ੍ਰੇਮ ਵੀ ਹੈ, ਸ਼ਰਧਾ ਵੀ ਹੈ ਵੀ ਮੈਂ ਗੁਰੂ ਦੇ ਦਰਸ਼ਨ ਕਰਾਂਗਾ, ਚੱਲ ਕੇ ਕਿਰਤਾਰਥ ਹੋਵਾਂਗਾ। ਬੜੀ ਭਾਵਨਾ ਦੇ ਨਾਲ ਚੱਲਿਆ ਹੈ। ਪਰਿਓ ਪੰਥ ਮੈਂ ਘਾਲਿਓ ਡੇਰਾ। ਕਹਿਣ ਲੱਗੇ ਵੀ ਤੁਰਿਆ ਜਾਂਦਾ, ਰਸਤੇ ਵਿੱਚ ਕਿਤੇ ਹਨੇਰਾ ਪੈ ਗਿਆ, ਰਸਤੇ ਵਿੱਚ ਇੱਕ ਥਾਂ ਤੇ ਡੇਰਾ ਕੀਤਾ, ਟਿਕਾਣਾ ਕੀਤਾ ਦੇ ਹੈ। ਉਤਸ਼ਾਹ ਮੁਰੀਦਨ ਡੇਰਾ। ਆਪਣੇ ਮੁਰੀਦਾਂ ਨੂੰ ਉਤਸ਼ਾਹ ਦਿੱਤਾ, ਚੇਲਿਆਂ ਨੂੰ ਜਿਹੜੇ ਨਾਲ ਫੌਜ ਲੈ ਕੇ ਆਉਂਦਾ ਪਿਆ ਨਾ, ਰਸਤੇ ਵਿੱਚ ਜਿੱਥੇ ਕਿਤੇ ਪੜਾਅ ਕੀਤਾ, ਕਹਿੰਦਾ ਆਓ ਸਾਰੇ ਇਕੱਠੇ ਹੋ ਕੇ ਮੇਰਾ ਬਚਨ ਸੁਣੋ। ਸਾਰਿਆਂ ਨੂੰ ਇਕੱਠੇ ਕਰਕੇ ਤੇ ਉਤਸ਼ਾਹ ਦਿੱਤਾ। ਕਹਿਣ ਲੱਗਾ ਵੇਖਿਓ, ਪਹਿਲਾਂ ਪਠਾਨ ਭੱਜੇ ਨੇ, ਹੁਣ ਕਿਤੇ ਤੁਸੀਂ ਨਾ ਭੱਜ ਆਇਓ, ਹੌਸਲਾ ਰੱਖਿਓ, ਚੜ੍ਹਦੀ ਕਲਾ ਹੋਵੇਗੀ, ਗੁਰੂ ਪਾਤਸ਼ਾਹ ਪਿੱਠ ਨਹੀਂ ਲੱਗਣ ਦੇਣਗੇ, ਲੋਕ ਪਰਲੋਕ ਦੇ ਸਹਾਈ ਹੋਣਗੇ। ਇਸ ਤਰ੍ਹਾਂ ਉਤਸ਼ਾਹ ਦਿੰਦਾ ਹੈ। ਇਤ ਪਠਾਨ ਤੀਨੋਂ ਸਰਦਾਰ। ਕਹਿਣ ਲੱਗੇ ਵੀ ਇੱਧਰ 3 ਪਠਾਨ ਜਿਹੜੇ ਵੱਡੇ ਸਰਦਾਰ ਹਨ, ਚੜ ਕਰ ਗਏ ਬਿਲੰਦ ਗਵਾਰ। ਇਹ ਮੂਰਖ ਚਲੇ ਗਏ। ਇੱਧਰੋਂ 3 ਪਠਾਨ ਜਿਹੜੇ ਸਰਦਾਰ ਸਨ ਨਾ ਫੌਜ ਦੇ, ਉਹ ਆਪਣੇ ਪਠਾਨਾਂ ਨੂੰ ਨਾਲ ਲੈ ਕੇ ਤੇ 3 ਉਹਨਾਂ ਦੇ ਮੁਖੀ ਜਰਨੈਲ, ਇਹ ਸਾਰੇ ਮੂਰਖ ਇੱਥੋਂ ਚਲੇ ਗਏ ਹਨ। ਕਾਲੇ ਖਾਨ ਨਿਜ ਬਲ ਟਿਕ ਪਰ ਰਿਓ। ਉਹਨਾਂ ਦੇ ਵਿੱਚੋਂ ਇੱਕ ਕਾਲੇ ਖਾਨ ਨਾਮ ਦਾ ਸਰਦਾਰ ਟਿਕਿਆ ਰਿਹਾ। 4 ਜਰਨੈਲ ਸਨ ਇਹਨਾਂ 500 ਪਠਾਨਾਂ ਦੇ। ਇੱਕ ਜਰਨੈਲ ਦੇ ਕੋਲ 125 ਫੌਜ ਹੈ ਤੇ 3 ਜਰਨੈਲ ਚਲੇ ਗਏ ਆਪੋ ਆਪਣੀ ਫੌਜ ਲੈ ਕੇ। ਇੱਕ ਕਾਲੇ ਖਾਨ ਨਾਮ ਦਾ ਜਰਨੈਲ ਜਿਹੜਾ ਕਹਿੰਦਾ ਸੀ ਨਾ ਵੀ ਨਹੀਂ ਭੱਜਣਾ ਨਹੀਂ, ਨਮਕ ਹਰਾਮੀ ਬਣਾਂਗੇ, ਦਾਗ ਲਾਵਾਂਗੇ ਆਪਣੀ ਕੁੱਲ ਖਾਨਦਾਨ ਨੂੰ, ਉਹ ਨਹੀਂ ਗਿਆ। ਉਹਨੇ ਕੁਝ ਆਪਣੇ ਨਾਲ ਦੇ ਜਿਹੜੀ ਆਪਣੀ ਫੌਜ ਸੀ ਉਹਨੇ ਰੱਖ ਲਈ। ਕਹਿਣ ਲੱਗੇ ਵੀ ਕਾਲੇ ਖਾਨ ਨਾਮ ਦਾ ਇਹ ਜਿਹੜਾ ਪਠਾਨ ਹੈ ਇਹ ਨਹੀਂ ਗਿਆ, ਇਹ ਉੱਥੇ ਬੈਠਾ ਰਿਹਾ ਮਹਾਰਾਜ ਦੇ ਕੋਲ, ਤੇ ਕੁਝ ਸੂਰਮੇ ਜਿਹੜੇ ਇਸਨੇ ਆਪਣੇ ਨਾਲ ਰੱਖ ਲਏ ਹਨ। ਨਿਮਕ ਹਲਾਲ ਬਣਾਓ ਚਿਤ ਚਾਹਿਓ। ਤੇ ਮਨ ਵਿੱਚ ਚਾਹੁੰਦਾ ਹੈ ਵੀ ਮੈਂ ਨਮਕ ਹਰਾਮੀ ਨਹੀਂ ਬਣਨਾ, ਨਮਕ ਹਲਾਲੀ ਬਣਨਾ ਹੈ, ਨਮਕ ਦਾ ਮੈਂ ਮੁੱਲ ਮੋੜਨਾ ਹੈ, ਮੈਂ ਲੂਣ ਦਾ ਮੁੱਲ ਮੋੜ ਕੇ ਜਾਵਾਂਗਾ, ਨਮਕ ਹਰਾਮੀ ਦਗੇਬਾਜ਼ ਨਹੀਂ ਬਣਨਾ ਹੈ। ਪ੍ਰਭ ਢਿਗ ਸੁਧ ਪਹੁੰਚੀ ਤਿਸ ਕਾਲ। ਤੇ ਇਹ ਖਬਰ ਮਹਾਰਾਜ ਦੇ ਕੋਲ ਪਹੁੰਚ ਗਈ ਹੈ। ਸਾਰੀ ਖਬਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਪਹੁੰਚੀ ਹੈ। ਗਏ ਖਾਨ ਧਰ ਤਰਾਸ ਵਿਸਾਲ। ਇਹ ਖਬਰ ਪਹੁੰਚੀ ਵੀ ਮਹਾਰਾਜ ਸਾਰੇ ਖਾਨ ਜਿਹੜੇ ਪਠਾਨ ਨੇ ਉਹ ਡਰ ਰੱਖ ਕੇ ਪਹਾੜੀ ਰਾਜਿਆਂ ਦਾ ਦੌੜ ਗਏ ਹਨ। ਤ੍ਰੈ ਸਰਦਾਰ ਬੇਮੁਖ ਹੋਏ ਭਾਗੇ। ਸਤਿਗੁਰਾਂ ਨੂੰ ਦੱਸਿਆ ਮਹਾਰਾਜ 3 ਸਰਦਾਰ ਜਿਹੜੇ ਮੇਨ ਸਨ, ਹਯਾਤ ਖਾਨ ਵਰਗੇ, ਉਹ ਆਪਣੀ ਫੌਜ ਲੈ ਕੇ ਦੌੜ ਗਏ ਹਨ। ਇੱਕ ਬੈਠਿਓ ਨੇ ਧੀਰਜ ਤਿਆਗੇ। ਪਰ ਇੱਕ ਪਠਾਨਾਂ ਦਾ ਸਰਦਾਰ ਬੈਠਾ ਹੋਇਆ, ਇੱਕ ਮੁਖੀ ਬੈਠਾ ਆਪਣੀ ਪਲਟਨ ਲੈ ਕੇ। 4 ਪਠਾਨ ਜਰਨੈਲ ਨੇ, 3 ਪਠਾਨ ਜਰਨੈਲ ਭੱਜ ਗਏ, ਇੱਕ ਜਰਨੈਲ ਬੈਠਾ ਆਪਣੀ ਟੁਕੜੀ ਲੈ ਕੇ ਫੌਜ ਦੀ। ਮਹਾਰਾਜ ਉਹ ਨਹੀਂ ਗਿਆ। ਇਹ ਖਬਰ ਪਾਤਸ਼ਾਹ ਕੋਲ ਪਹੁੰਚੀ ਹੈ। ਜ਼ੀਨ ਤੁਰੰਗਨ ਪਰਨਹ ਡਾਲੇ। ਮਹਾਰਾਜ ਉਹਨਾਂ ਨੇ ਘੋੜਿਆਂ ਤੇ ਕਾਠੀਆਂ ਨਹੀਂ ਪਾਈਆਂ। ਦੱਸਣ ਵਾਲਾ ਜਿਹੜਾ ਨਾ ਮਹਾਰਾਜ ਨੂੰ ਜਾ ਕੇ ਵੇਖ ਕੇ ਆਇਆ ਵੀ ਇਹ ਕਾਲੇ ਖਾਨ ਪਠਾਨ ਜਿਹੜਾ ਇਹਨੇ ਆਪਣੇ ਘੋੜੇ ਤੇ ਕਾਠੀ ਨਹੀਂ ਪਾਈ ਹੈ, ਇਹਨੇ ਜਾਣ ਦਾ ਕੋਈ ਵਿਚਾਰ ਨਹੀਂ ਬਣਾਇਆ, ਨਾ ਇਹਦੇ ਸਿਪਾਹੀਆਂ ਨੇ ਕੋਈ ਜਾਣ ਦਾ ਵਿਚਾਰ ਬਣਾਇਆ। ਸਿੱਖ ਨੇ ਜਾ ਕੇ ਦੱਸਿਆ, ਕਹਿਣ ਲੱਗੇ ਮਹਾਰਾਜ ਕਾਲੇ ਖਾਨ ਪਠਾਨ ਨੇ ਆਪਣੇ ਘੋੜੇ ਦੇ ਉੱਪਰ ਕਾਠੀ ਨਹੀਂ ਪਾਈ ਹੈ। ਚੜਨ ਹੇਤ ਨੇ ਸ਼ਸਤਰ ਸੰਭਾਲੇ। ਤੇ ਨਾ ਹੀ ਮਹਾਰਾਜ ਉਹਨਾਂ ਨੇ ਦੌੜਨ ਵਾਸਤੇ ਕੋਈ ਸ਼ਸਤਰ ਫੜੇ ਨੇ, ਜਿਵੇਂ ਦੂਜੇ ਪਠਾਨ ਆਪੋ ਆਪਣੇ ਸ਼ਸਤਰ ਚੁੱਕ ਕੇ, ਬੋਰੀਆ ਬਿਸਤਰਾ ਜੋ ਵੀ ਸੀ ਸਾਜੋ ਸਮਾਨ ਚੁੱਕ ਕੇ ਦੌੜ ਗਏ। ਪਰ ਇਹ ਕਾਲੇ ਖਾਨ ਜਿਹੜਾ ਪਠਾਨ ਹੈ ਮਹਾਰਾਜ, ਇਹਨੇ ਸ਼ਸਤਰ ਵੀ ਨਹੀਂ ਚੁੱਕੇ, ਆਪਣਾ ਤੰਬੂ ਵੀ ਨਹੀਂ ਉਖੇੜਿਆ, ਕੋਈ ਜਾਣ ਦੀ ਤਿਆਰੀ ਨਹੀਂ ਕੀਤੀ, ਉਸੇ ਤਰ੍ਹਾਂ ਉੱਥੇ ਬੈਠਾ ਹੋਇਆ ਹੈ। ਸੁਨ ਕਲਗੀਧਰ ਦਾਸ ਪਠਾਇਓ। ਉਸ ਵੇਲੇ ਕਲਗੀਧਰ ਮਹਾਰਾਜ ਨੇ ਫਿਰ ਇੱਕ ਸੇਵਕ ਭੇਜਿਆ। ਜਦੋਂ ਦੱਸਿਆ ਨਾ ਮਹਾਰਾਜ ਵੀ ਇੱਕ ਪਠਾਨ ਨਹੀਂ ਗਿਆ, ਫੌਜ ਲੈ ਕੇ ਬੈਠਾ, 3 ਦੌੜ ਗਏ ਨੇ, ਜਿਹੜਾ ਨਹੀਂ ਗਿਆ ਉਹਦੇ ਕੋਲ ਮਹਾਰਾਜ ਨੇ ਫਿਰ ਇੱਕ ਆਪਣਾ ਸੇਵਕ ਭੇਜਿਆ ਹੈ। ਬੂਝੋ ਤੂੰ ਕਿਉਂ ਨਹੀਂ ਪਲਾਇਓ। ਸਤਿਗੁਰਾਂ ਨੇ ਸੇਵਕ ਨੂੰ ਆਖਿਆ, ਕਹਿਣ ਲੱਗੇ ਉਹਨੂੰ ਪੁੱਛੋ ਜਾ ਕੇ ਕਾਲੇ ਖਾਨ ਨੂੰ ਵੀ ਤੂੰ ਕਿਉਂ ਨਹੀਂ ਭੱਜਾ, ਜਿੱਧਰ ਨੂੰ ਤੇਰੇ ਸਾਥੀ ਚਲੇ ਗਏ, ਦੌੜ ਗਏ, ਤੂੰ ਕਿਉਂ ਨਹੀਂ ਉਹਨਾਂ ਦੇ ਨਾਲ ਗਿਆ, ਤੂੰ ਕਿਉਂ ਬੈਠਾ ਰਿਹਾ? ਜੇ 3 ਭੱਜੇ ਨੇ ਤੂੰ ਵੀ ਭੱਜ ਜਾਂਦਾ, ਦੌੜ ਜਾਂਦਾ। ਸੇਵਕ ਨੂੰ ਭੇਜਿਆ, ਕਹਿਣ ਲੱਗੇ ਜਾਓ ਜਾ ਕੇ ਪਤਾ ਕਰਕੇ ਆਓ, ਪੁੱਛ ਕੇ ਆਓ ਵੀ ਇਹ ਕਾਲੇ ਖਾਨ ਪਠਾਨ ਦੂਜਿਆਂ ਦੇ ਵਾਂਗ ਕਿਉਂ ਨਹੀਂ ਦੌੜਿਆ ਹੈ, ਨਿਜ ਸੰਗਨ ਤੇ ਹੋਏ ਬਿਹੀਨ। ਇਹ ਆਪਣੇ ਸਾਥੀਆਂ ਤੋਂ ਵੱਖਰਾ ਕਿਉਂ ਹੋ ਗਿਆ? ਜਿੱਥੇ ਇਹਦੇ 3 ਸਾਥੀ ਚਲੇ ਗਏ ਨੇ, ਬਾਕੀ ਸੂਰਮੇ ਚਲੇ ਗਏ, ਇਹ ਨਹੀਂ ਗਿਆ, ਇਹ ਉਹਨਾਂ ਤੋਂ ਵੱਖਰਾ ਹੋਇਆ, ਕਿਉਂ ਵੱਖਰਾ ਹੋਇਆ?
ਕਾਰਨ ਕੀ ਹੈ ਪੁੱਛਣਾ ਕਰੋ। बैठ रहे हो क्या मन में चीन। ਤੇ ਮਨ ਵਿੱਚ ਕੀ ਉਸਨੇ ਜਾਣਿਆ, ਕਿਉਂ ਬੈਠਾ ਹੈ। ਜੇ ਦੂਜੇ ਪਠਾਨਾਂ ਦੇ ਮਨ ਵਿੱਚ ਡਰ ਹੈ ਵੀ ਅਸੀਂ ਮਰ ਜਾਵਾਂਗੇ, ਭੱਜ ਚੱਲੀਏ, ਇਹ ਪਠਾਨ ਦੇ ਮਨ ਵਿੱਚ ਡਰ ਕਿਉਂ ਨਹੀਂ ਆਇਆ, ਇਹ ਕਿਉਂ ਨਹੀਂ ਭੱਜਿਆ, ਕਿਉਂ ਬੈਠਾ ਹੋਇਆ ਹੈ। ਮਹਾਰਾਜ ਕਹਿਣ ਲੱਗੇ ਜਾ ਕੇ ਪੁੱਛਣਾ ਕਰੋ। जाए सिख ने बूझन करियो। ਇੱਕ ਸਿੱਖ ਦੌੜ ਕੇ ਗਿਆ ਮਹਾਰਾਜ ਦਾ ਹੁਕਮ ਮੰਨ ਕੇ। ਜਿੱਥੇ ਕਾਲੇ ਖਾਨ ਪਠਾਨ ਬੈਠਾ ਉੱਥੇ ਮਹਾਰਾਜ ਦਾ ਸਿੱਖ ਪਹੁੰਚਾ ਹੈ। काले खां बिरतंत उचरियो। ਕਾਲੇ ਖਾਨ ਨੂੰ ਜਾ ਕੇ ਦੱਸਿਆ, ਪੁੱਛਿਆ ਸਿੱਖ ਨੇ। ਸਿੱਖ ਕਹਿਣ ਲੱਗਾ ਵੀ ਮਹਾਰਾਜ ਪੁੱਛਦੇ ਪਏ ਨੇ ਵੀ ਤੂੰ ਕਿਉਂ ਨਹੀਂ ਗਿਆ, ਤੂੰ ਵੀ ਦੌੜ ਜਾਂਦਾ ਚਲੇ ਜਾਂਦਾ, ਤੂੰ ਇੱਥੇ ਬੈਠਾ ਬਾਕੀ ਚਲੇ ਗਏ। ਜਦੋਂ ਕਾਲੇ ਖਾਨ ਨੇ ਸੁਣਿਆ ਨਾ ਇਹ ਬਚਨ, ਉਹਨੇ ਫਿਰ ਅੱਗੋਂ ਸਾਰਾ ਬਰਤਾਂਤ ਸੁਣਾਇਆ। ਅੱਗੋਂ ਆਪਣੀ ਵਿਥਿਆ ਜਿਹੜੀ ਆ ਨਾ ਉਸਨੇ ਦੱਸੀ ਹੈ। मैं नह बन हो निमक हरामी। ਕਹਿਣ ਲੱਗਾ ਵੀ ਮੈਂ ਨਿਮਕ ਹਰਾਮੀ ਨਹੀਂ ਬਣਾਂਗਾ। ਕਾਲੇ ਖਾਨ ਨੇ ਜਵਾਬ ਦਿੱਤਾ, ਸਤਿਗੁਰਾਂ ਨੂੰ ਮੇਰੇ ਵੱਲੋਂ ਬੇਨਤੀ ਕਰ ਦਿਓ ਵੀ ਮੈਂ ਨਿਮਕ ਹਰਾਮੀ ਬਣ ਕੇ ਨਹੀਂ ਦੌੜਾਂਗਾ, ਮੈਂ ਨਮਕ ਹਲਾਲੀ ਬਣਾਂਗਾ, ਨਮਕ ਦਾ ਮੁੱਲ ਮੋੜਾਂਗਾ, ਪਰ ਨਮਕ ਖਾ ਕੇ ਹਰਾਮ ਨਹੀਂ ਕਰਾਂਗਾ। ਮੈਂ ਨਮਕ ਹਰਾਮੀ ਨਹੀਂ ਬਣਨਾ आब ਹੈ। हो निज स्वामी के कामी। ਮੈਂ ਤੇ ਆਪਣੇ ਸਵਾਮੀ ਦੇ ਕੰਮ ਆਵਾਂਗਾ। ਜਿਸ ਮਾਲਕ ਨੇ ਮੈਨੂੰ ਪਹਿਲਾਂ ਤਨਖਾਹਾਂ ਦਿੱਤੀਆਂ, ਵਸਤੂਆਂ ਦਿੱਤੀਆਂ, ਬਖਸ਼ਿਸ਼ਾਂ ਦਿੱਤੀਆਂ, ਖੁਸ਼ੀਆਂ ਦਿੱਤੀਆਂ, ਤੇ ਜਦੋਂ ਕੋਈ ਡਰ ਨਹੀਂ ਸੀ ਉਦੋਂ ਮੇਰੇ ਮਾਲਕ ਨੇ ਮੈਨੂੰ ਇੰਨਾ ਕੁਝ ਦੇ ਕੇ ਨਵਾਜਿਆ। ਅੱਜ ਮੇਰੇ ਮਾਲਕ ਨੂੰ ਮੇਰੇ ਪ੍ਰਤੀ ਕੰਮ ਪੈ ਗਿਆ, ਅੱਜ ਮੈਂ ਦੌੜ ਜਾਵਾਂ, ਮੈਂ ਨਹੀਂ ਇਹ ਕੰਮ ਕਰਾਂਗਾ। ਮੈਂ ਅੱਜ ਤਨ ਕਰਕੇ ਮਨ ਕਰਕੇ ਆਪਣੇ ਸਵਾਮੀ ਦੇ ਕੰਮ ਆਵਾਂਗਾ, ਆਪਣੇ ਸਵਾਮੀ ਦੇ ਵਾਸਤੇ ਮੈਂ ਕੁਰਬਾਨੀ ਕਰਾਂਗਾ। 100 सवार संग है मेरे। ਮੇਰੇ ਨਾਲ 100 ਘੋੜ ਸਵਾਰ ਸੂਰਮਾ ਹੈ। ਕੁੱਲ 500 ਨੇ, 500 ਵਿੱਚੋਂ 400 ਦੌੜ ਗਏ ਨੇ, 100 ਜਿਹੜਾ ਮੇਰੇ ਨਾਲ ਆਇਆ ਨਾ ਉਹ ਮੈਂ ਆਪਣੇ ਨਾਲ ਰੱਖ ਲਿਆ। ਮੇਰਾ 100 ਸੂਰਮਾ ਘੋੜ ਸਵਾਰ ਇਸ ਵੇਲੇ ਮਹਾਰਾਜ ਦੇ ਨਾਲ ਮਿਲ ਕੇ ਦੁਸ਼ਮਣ ਦੇ ਨਾਲ ਲੜਨ ਵਾਸਤੇ ਤਿਆਰ ਹੈ। परे जंग दे प्राण अगेरे। ਅਸੀਂ ਜੇ ਜੰਗ ਪੈ ਗਿਆ ਨਾ, ਅਸੀਂ ਜਾਨ ਦੇ ਦਿਆਂਗੇ ਮਹਾਰਾਜ ਤੋਂ ਪਹਿਲਾਂ। ਇਸ ਤੋਂ ਪਹਿਲਾਂ ਕਿ ਦੁਸ਼ਮਣ ਮਹਾਰਾਜ ਨੂੰ ਪਕੜੇ ਜਾਂ ਸ਼ਹੀਦ ਕਰੇ, ਉਸ ਤੋਂ ਪਹਿਲਾਂ ਸਾਡੀਆਂ ਕੁਰਬਾਨੀਆਂ ਹੋਣਗੀਆਂ। ਕਾਲੇ ਖਾਨ ਪਠਾਨ ਕਹਿ ਰਿਹਾ, ਮਹਾਰਾਜ ਤੋਂ ਪਹਿਲਾਂ ਅਸੀਂ ਕੁਰਬਾਨੀ ਕਰ ਜਾਵਾਂਗੇ, ਮਹਾਰਾਜ ਤੋਂ ਪਹਿਲਾਂ ਅਸੀਂ ਕੁਰਬਾਨ ਹੋਵਾਂਗੇ, ਤਨ ਕਰਕੇ ਮਨ ਕਰਕੇ। ਸਾਡੀ ਕੁਰਬਾਨੀ ਤੋਂ ਮਗਰੋਂ ਮਹਾਰਾਜ ਜੋ ਮਰਜ਼ੀ ਹੋ ਜਾਵੇ, ਪਰ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਅਸੀਂ ਛਾਤੀਆਂ ਡਾਹ ਕੇ ਦੁਸ਼ਮਣ ਦੇ ਨਾਲ ਲੜਾਂਗੇ। ਇਸ ਤਰ੍ਹਾਂ ਕਾਲੇ ਖਾਂ ਕਹਿੰਦਾ ਹੈ। लड़ कर मर कर भिस्त सिधावे। ਹਾਂ, ਸਤਿਗੁਰਾਂ ਨਾਲ ਮਿਲ ਕੇ ਲੜਾਂਗੇ, ਜੰਗ ਵਿੱਚ ਸ਼ਹੀਦੀ ਪਾਵਾਂਗੇ, ਸਿੱਧੇ ਸਵਰਗਾਂ ਨੂੰ ਜਾਵਾਂਗੇ। ਇੱਥੇ ਮਿਲ ਕੇ ਲੜਾਂਗੇ ਨਾ, ਮਹਾਰਾਜ ਦੇ ਨਾਲ ਮਿਲ ਜਾਵਾਂਗੇ। ਦੁਸ਼ਮਣ ਨਾਲ ਲੜਾਂਗੇ ਤੇ ਜਦੋਂ ਦੁਸ਼ਮਣ ਦੇ ਨਾਲ ਲੜਦੇ ਸ਼ਹੀਦ ਹੋਵਾਂਗੇ ਤੇ ਸਿੱਧੇ ਸਵਰਗਾਂ ਦੀ ਪ੍ਰਾਪਤੀ ਹੈ। जीवत जय गुर ते धन पावे। ਜੇ ਜਿਉਂਦੇ ਰਹੇ ਤੇ ਦੁਨੀਆ ਆਖੇਗੀ ਵਾਹ ਕਿਆ ਪਠਾਨ ਬੱਚੇ ਬਹਾਦਰ ਨੇ, ਬੜਾ ਸੋਹਣਾ ਲੜੇ। ਜਿਉਂਦੇ ਰਹੇ ਤੇ ਦੁਨੀਆ ਵਾਹ ਵਾਹ ਕਰੇਗੀ, ਜੈ ਜੈਕਾਰ ਹੋਵੇਗੀ। ਜੈ ਜੈਕਾਰ ਤੇ ਹੋਵੇਗੀ, ਨਾਲ ਮਹਾਰਾਜ ਵੱਲੋਂ ਇਨਾਮ ਵੀ ਮਿਲਣਗੇ। ਬੇਅੰਤ ਮਾਇਆ ਮਿਲੇਗੀ, ਬੇਅੰਤ ਧਨ ਮਿਲੇਗਾ, ਜੈ ਜੈਕਾਰ ਮਿਲੇਗੀ। ਜਿਉਂਦੇ ਰਹੇ ਤੇ ਇਹ ਕੁਝ ਮਿਲੇਗਾ। ਜੰਗ ਲੜਦਿਆਂ ਮਰ ਗਏ ਤੇ ਸਵਰਗਾਂ ਦੀ ਪ੍ਰਾਪਤੀ ਵਾਲੇ ਬਣ ਜਾਵਾਂਗੇ। प्रभ को कर है निमक हलाल। ਅਸੀਂ ਆਪਣੇ ਗੁਰੂ ਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਮਕ ਖਾਧਾ ਹੋਇਆ ਹਲਾਲ ਕਰਕੇ ਵਿਖਾਵਾਂਗੇ। ਖਾਧਾ ਹੋਇਆ ਨਮਕ ਸਫਲਾ ਕਰਾਂਗੇ, ਆਪਣੇ ਗੁਰੂ ਦੀ ਖੁਸ਼ੀ ਲੈਣਾ ਕਰਾਂਗੇ। दीन दुनी सुधराए विशाल। ਅਸੀਂ ਦੀਨ ਦੁਨੀਆ ਸੁਧਾਰਨੀ ਚਾਹੁੰਦੇ ਹਾਂ। ਇਸ ਲੋਕ ਦੇ ਵਿੱਚ ਵੀ ਜਿੱਤ ਹੋਈ ਤੇ ਸਾਡੀ ਇੱਥੇ ਜੈ ਜੈਕਾਰ ਹੈ, ਬੇਅੰਤ ਮਾਇਆ ਮਿਲੇਗੀ। ਇਹ ਦੁਨੀਆ ਸਫਲੀ ਹੋ ਗਈ, ਮਰ ਕੇ ਸ਼ਹੀਦੀ ਮਿਲੀ, ਸੱਚਖੰਡ ਦੇ ਵਾਸੀ ਬਣਾਂਗੇ, ਉਹ ਦੁਨੀਆ ਸਫਲੀ ਹੋ ਗਈ। ਅਸੀਂ ਗੁਰੂ ਪਾਤਸ਼ਾਹ ਦੇ ਕੋਲ ਆਪਣੀ ਦੀਨ ਦੁਨੀਆ ਸੁਧਾਰਨ ਆਏ ਹਾਂ, ਲੋਕ ਪਰਲੋਕ ਸਫਲਾ ਕਰਨ ਵਾਸਤੇ ਆਏ ਹਾਂ। सुन कर क्यों कही सब बात। ਤੇ ਉਸ ਵੇਲੇ ਸੁਣ ਕੇ ਸਾਰੀ ਗੱਲ, ਇਹ ਸਾਰੀ ਜਿਹੜੀ ਗੱਲ ਹੈ ਸਤਿਗੁਰਾਂ ਨੂੰ ਆ ਕੇ ਦੱਸੀ ਸਿੱਖ ਨੇ। ਜਿਵੇਂ ਜਿਵੇਂ ਕਾਲੇ ਖਾਂ ਨੇ ਆਖਿਆ, ਸਿੱਖ ਨੇ ਸਾਰੀਆਂ ਗੱਲਾਂ ਉਸੇ ਤਰ੍ਹਾਂ ਮਹਾਰਾਜ ਨੂੰ ਆ ਕੇ ਦੱਸੀਆਂ ਹਨ। बोलियो नंद चंद बख्यात। ਸੋ ਜਦੋਂ ਸਿੱਖ ਦੱਸਦਾ ਪਿਆ ਨਾ ਵੀ ਮਹਾਰਾਜ ਕਾਲੇ ਖਾਂ ਕਹਿੰਦਾ ਵੀ ਕੁਰਬਾਨੀ ਕਰਾਂਗਾ ਪਰ ਭੱਜਾਂਗਾ ਨਹੀਂ, ਤੇ ਸਤਿਗੁਰਾਂ ਦੇ ਦੀਵਾਨ ਕੋਲ ਹੀ ਬੈਠੇ ਸਨ ਭਾਈ ਨੰਦ ਚੰਦ।
ਉਹਨੇ ਸਾਰੀਆਂ ਗੱਲਾਂ ਸੁਣੀਆਂ ਤੇ ਫਿਰ ਸਾਰਿਆਂ ਦੇ ਸਾਹਮਣੇ ਭਾਈ ਨੰਦ ਚੰਦ ਕਹਿਣ ਲੱਗੇ ਹਨ, ਅਬ ਵਿਸ਼ਵਾਸ ਤੁਰਕਨ ਕੋ ਨਾਹੀ। ਭਾਈ ਨੰਦ ਚੰਦ ਕਹਿੰਦੇ ਹੁਣ ਤੇ ਇਹਨਾਂ ਪਠਾਣਾਂ ਤੇ ਯਕੀਨ ਜਿਹਾ ਰਹਿ ਹੀ ਨਹੀਂ ਗਿਆ। ਪਹਿਲਾਂ ਤੇ ਸਾਰੇ ਕਹਿੰਦੇ ਸੀ ਵੀ ਅਸੀਂ ਮਹਾਰਾਜ ਦੇ ਨਾਲ ਆ, ਤੇ ਵੇਖੋ 400 ਭੱਜ ਗਿਆ ਤੇ 100 ਰਹਿ ਗਿਆ। ਇਹ ਜਿਹੜਾ 100 ਰਹਿ ਗਿਆ ਇਹਨਾਂ ਦਾ ਵੀ ਕੀ ਪਤਾ ਵੀ ਅੱਜ ਇਹ ਕਹਿੰਦੇ ਮਹਾਰਾਜ ਦੇ ਨਾਲ ਆ, ਕੱਲ ਨੂੰ ਜੰਗ ਤੋਂ ਪਹਿਲਾਂ ਇਹ ਵੀ ਦੌੜ ਜਾਣ। ਭਾਈ ਨੰਦ ਚੰਦ ਨੇ ਆਖਿਆ, ਕਹਿਣ ਲੱਗਾ ਵੀ ਪਠਾਣਾਂ ਤੇ ਕੋਈ ਯਕੀਨ ਨਹੀਂ ਹੈ, ਪਤਾ ਨਹੀਂ ਇਹ ਉਹਨਾਂ ਚਿਰ ਰੁਕਣਗੇ ਕਿ ਨਹੀਂ, ਪਤਾ ਨਹੀਂ ਇਹ ਜੰਗ ਵਿੱਚ ਸਾਹਮਣੇ ਹੋ ਕੇ ਲੜਨਗੇ ਕਿ ਨਹੀਂ, ਇਹਨਾਂ ਤੇ ਕੋਈ ਯਕੀਨ ਨਹੀਂ ਹੈ। ਕਰਹਿ ਦਗਾ ਰਹਿ ਕਰ ਹਮ ਪਾਹੀ। ਪਤਾ ਨਹੀਂ ਇਹ ਸਾਡੇ ਕੋਲ ਕੋਈ ਵਿਸ਼ਵਾਸਘਾਤ ਕਰਨ ਵਾਸਤੇ ਨਾ ਰਹੇ ਹੋਣ। ਹੋ ਸਕਦਾ ਇਹਨਾਂ ਨੇ ਕੋਈ ਸਲਾਹ ਕਰ ਲਈ ਹੋਵੇ ਵੀ ਬਾਕੀ ਪਹਾੜੀਆਂ ਨਾਲ ਜਾਓ ਤੇ ਕੁਝ ਬੰਦੇ ਇੱਥੇ ਰਹਿ ਜਾਈਏ। ਹੋ ਸਕਦਾ ਹੈ ਸਾਡਾ ਭੇਦ ਲੈਂਦੇ ਹੋਣ, ਹੋ ਸਕਦਾ ਸਾਡੇ ਨਾਲ ਕੋਈ ਦਗਾ ਕਰਨ ਵਾਸਤੇ, ਫਰੇਬ ਕਰਨ ਵਾਸਤੇ, ਧੋਖਾ ਕਰਨ ਵਾਸਤੇ ਬੈਠੇ ਹੋਣ। ਇਹ ਜਿਹੜਾ 100 ਪਠਾਨ ਇੱਥੇ ਰਹਿ ਗਿਆ, ਯਕੀਨ ਤੇ ਇਹਨਾਂ ਤੇ ਵੀ ਕਰਨ ਨੂੰ ਜੀ ਨਹੀਂ ਕਰਦਾ। ਕੀ ਪਤਾ ਇਹਨਾਂ ਦੇ ਮਨ ਵਿੱਚ ਕੀ ਹੈ। ਪ੍ਰਭ ਜੀ ਕਿਸੂ ਨਾ ਰਾਖਨ ਕਰੀਏ, ਫਿਰ ਪੜਿਓ, ਪ੍ਰਭ ਜੀ ਕਿਸੂ ਨਾ ਰਾਖਨ ਕਰੀਏ। ਭਾਈ ਨੰਦ ਚੰਦ ਕਹਿ ਰਿਹਾ, ਮਹਾਰਾਜ ਮੇਰੀ ਸਲਾਹ ਇਹ ਹੈ, ਇਹ ਜਿਹੜਾ 100 ਪਠਾਨ ਰਹਿ ਗਿਆ ਨਾ, ਇਹਨਾਂ ਦੀ ਵੀ ਛੁੱਟੀ ਕਰ ਦਿਓ। ਜਿੱਥੇ 400 ਚਲਾ ਗਿਆ ਸਾਡਾ ਸਾਰੀ ਜਾਣਾ, ਇਹ 100 ਚਲਾ ਜਾਵੇਗਾ ਤਾਂ ਵੀ ਸਾਡਾ ਸਰ ਜਾਣਾ। ਜੰਗ ਦੇ ਵਿੱਚ ਰਹਿ ਕੇ ਜੇ ਧੋਖਾ ਕਰਨਗੇ ਤੇ ਬੜਾ ਨੁਕਸਾਨ ਹੋਵੇਗਾ। ਮੇਰੀ ਸਲਾਹ ਇਹ ਹੈ ਵੀ ਇਹ 100 ਨੂੰ ਆਪਾਂ ਛੁੱਟੀ ਦੇ ਦਈਏ ਵੀ ਜਾਓ ਭਾਈ ਤੁਸੀਂ ਵੀ ਜਿੱਧਰ ਨੂੰ ਜਾਣਾ ਚਲੇ ਜਾਣਾ ਕਰੋ। ਤਿਨ ਕੋ ਹੀ ਇਹ ਭਰਾਤ ਵਿਚਰੀਏ। ਮਹਾਰਾਜ ਜਿਹੜੇ 400 ਛੱਡ ਕੇ ਗਏ ਨੇ ਨਾ, ਇਹ ਵੀ ਤੇ ਉਹਨਾਂ ਦੇ ਭਰਾ ਨੇ ਜਿਹੜੇ ਇੱਥੇ ਬੈਠੇ ਨੇ। ਜੇ ਉਹ ਇਸ ਤਰ੍ਹਾਂ ਕਰ ਸਕਦੇ ਤੇ ਇਹ ਨਹੀਂ ਇਸ ਤਰ੍ਹਾਂ ਕਰਨਗੇ, ਇਹ ਵੀ ਕਰਨਗੇ। ਜਿਹੜੇ ਛੱਡ ਕੇ ਦੌੜੇ ਨੇ ਇਹ ਵੀ ਤੇ ਉਹਨਾਂ ਦੇ ਭਰਾ ਨੇ। ਇਹਨਾਂ ਤੇ ਮਹਾਰਾਜ ਯਕੀਨ ਨਹੀਂ ਕਰਨਾ ਚਾਹੀਦਾ ਹੈ। ਤਬ ਸਤਿਗੁਰ ਸਿੱਖ ਕੋ ਸਮਝਾਇਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਜਿਹੜਾ ਸਿੱਖ ਹੈ ਨਾ, ਉਹਨੂੰ ਸਮਝਾ ਕੇ ਮਹਾਰਾਜ ਕਹਿਣ ਲੱਗੇ, ਏਤ ਚੜਾਵਨ ਤੁਰਤ ਪਠਾਇਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਛੇਤੀ ਘੋੜੇ ਤੇ ਚੜ੍ਹ। ਇੱਕ ਸਿੱਖ ਨੂੰ ਮਹਾਰਾਜ ਨੇ ਬੜੀ ਛੇਤੀ ਘੋੜੇ ਤੇ ਚੜਾ ਕੇ ਉਸ ਨੂੰ ਭੱਜਣ ਵਾਸਤੇ ਆਖਿਆ ਹੈ। ਜਾਏ ਤੁਰਤ ਹੈ ਸਾਥ ਵਖਾਨੀ। ਉਸ ਵੇਲੇ ਸਿੱਖ ਦੌੜ ਕੇ ਗਿਆ, ਜਿੱਥੇ ਕਾਲੇ ਖਾਂ ਬੈਠਾ ਸੀ ਉੱਥੇ ਜਾ ਕੇ ਕਹਿਣ ਲੱਗਾ, ਸੁਨੋ ਖਾਨ ਭਾਖੀ ਗੁਰਬਾਨੀ। ਉਸ ਵੇਲੇ ਸਿੱਖ ਨੇ ਜਾ ਕੇ ਆਖਿਆ, ਕਹਿਣ ਲੱਗਾ, ਖਾਨ ਜੀ ਮੈਂ ਮਹਾਰਾਜ ਦਾ ਸੁਨੇਹਾ ਤੁਹਾਡੇ ਵਾਸਤੇ ਲੈ ਕੇ ਆਇਆ। ਭਾਈ ਨੰਦ ਚੰਦ ਨੇ ਆਖਿਆ ਨਾ, ਮਹਾਰਾਜ 100 ਪਠਾਨ ਵੀ ਜਾਣਦੇ ਹੋ, ਇਹਨਾਂ ਨੂੰ ਨਾ ਰੱਖੋ, ਇਹ ਦਗਾ ਕਰ ਜਾਣਗੇ। ਤੇ ਸਤਿਗੁਰੂ ਇਹ ਬਚਨ ਸੁਣ ਕੇ ਤੇ ਇੱਕ ਸਿੱਖ ਨੂੰ ਭੇਜਿਆ, ਕਹਿਣ ਲੱਗੇ ਸਾਡਾ ਇੱਕ ਸੁਨੇਹਾ ਜਾ ਕੇ ਪਠਾਨਾਂ ਨੂੰ ਦੇ ਕੇ ਆਓ। ਤੇ ਸਿੱਖ ਘੋੜੇ ਤੇ ਦੌੜ ਕੇ ਗਿਆ, ਜਾ ਕੇ ਕਾਲੇ ਖਾਨ ਪਠਾਨ ਨੂੰ ਕਹਿਣ ਲੱਗਾ, ਕਹਿੰਦਾ ਪਠਾਨ ਜੀ ਸਤਿਗੁਰਾਂ ਨੇ ਤੁਹਾਡੇ ਵਾਸਤੇ ਸੁਨੇਹਾ ਭੇਜਿਆ, ਮੈਂ ਤੁਹਾਡੇ ਵਾਸਤੇ ਕੋਈ ਬਚਨ ਲੈ ਕੇ ਆਇਆ ਹਾਂ। ਜਥਾ ਕੂੰਜ ਬਿਸਰੈ ਨਿਜ ਡਾਰ। ਇੱਕ ਉਦਾਹਰਨ ਹੈ, ਕਹਿਣ ਲੱਗੇ ਕੂੰਜਾਂ ਆਪਣੀ ਉਡਾਰ ਤੋਂ ਵਿਛੜ ਜਾਣ। ਕੂੰਜਾਂ ਦੀਆਂ ਡਾਰਾਂ ਆਉਂਦੀਆਂ ਨਾ, ਇਕੱਠੀਆਂ ਹੀ ਜਾਂਦੀਆਂ ਇੱਕੇ ਪਾਸੇ ਨੂੰ, ਤੇ ਮੰਨ ਲਓ ਉਹਨਾਂ ਕੂੰਜਾਂ ਦੇ ਨਾਲੋਂ ਇੱਕ ਕੂੰਜ ਵਿਛੜ ਜਾਵੇ, ਅਲੱਗ ਹੋ ਜਾਂਦੀ ਹੈ, ਵੱਖਰੀ ਹੋ ਜਾਂਦੀ ਹੈ। ਬਿਲਪਤ ਹੈ ਆਨੰਦ ਕੋ ਡਾਰ। ਤੇ ਉਹ ਵਿਚਾਰੀ ਰੋਂਦੀ ਹੈ, ਦੁਖੀ ਹੁੰਦੀ ਹੈ। ਕੂੰਜਾਂ ਇਕੱਠੀਆਂ ਰਹਿਣ ਤੇ ਤਾਂ ਹੀ ਉਹ ਆਪਸ ਵਿੱਚ ਇੱਕ ਦੂਜੇ ਨਾਲ ਬੋਲਦੀਆਂ, ਖੁਸ਼ ਹੁੰਦੀਆਂ, ਚੋਗਾ ਚੁਗਦੀਆਂ, ਉੱਡ ਕੇ ਜਾਂਦੀਆਂ। ਪਰ ਜੇ ਕੂੰਜ ਕਿਤੇ ਇਕੱਲੀ ਰਹਿ ਜਾਵੇ, ਉਹ ਵਿਚਾਰੀ ਵਿਰਲਾਪ ਕਰਦੀ ਹੈ, ਰੋਂਦੀ ਹੈ, ਆਨੰਦ ਉਹਦਾ ਖਤਮ ਹੋ ਜਾਂਦਾ। ਕਹਿਣ ਤੋਂ ਭਾਵ ਇਹ ਹੈ ਵੀ ਜਿਵੇਂ ਇੱਕ ਕੂੰਜ ਬਾਕੀ ਕੂੰਜਾਂ ਬਿਨਾਂ ਨਹੀਂ ਰਹਿ ਸਕਦੀ, ਤੁਸੀਂ ਦੂਜੇ ਪਠਾਨਾਂ ਬਿਨਾਂ ਨਹੀਂ ਜੇ ਰਹਿ ਸਕਦੇ। ਹਾਲਤ ਕੁਝ ਉਸੇ ਤਰ੍ਹਾਂ ਦੀ ਹੋ ਸਕਦੀ ਹੈ। ਰਹਿਤ ਰਹਿਤ ਜਬ ਕਬ ਤਹ ਮਿਲੇ। ਤੇ ਕਹਿਣ ਲੱਗੇ ਰਹਿੰਦਿਆਂ ਜਦੋਂ ਕਿਤੇ ਉਹ ਕੂੰਜ ਆਪਣੀ ਡਾਰ ਨਾਲ ਜਾ ਕੇ ਮਿਲਦੀ ਹੈ, ਬਿਨਾ ਮਿਲੇ ਨਹਿ ਭਾਵਤ ਭਲੇ। ਤੇ ਉਸ ਨੂੰ ਕਹਿਣ ਲੱਗੇ ਨਾ ਮਿਲਣਾ ਉਸ ਨੂੰ ਚੰਗਾ ਨਹੀਂ ਲੱਗਦਾ। ਜਿੰਨਾ ਚਿਰ ਉਹ ਕੂੰਜ ਆਪਣੀਆਂ ਦੂਜੀਆਂ ਕੂੰਜਾਂ ਨਾਲ ਮਿਲਦੀ ਨਹੀਂ ਨਾ, ਉਹਨਾਂ ਚਿਰ ਉਹਨੂੰ ਚੰਗਾ ਨਹੀਂ ਲੱਗਦਾ। ਇੱਕ ਕੂੰਜ ਵਿਛੜ ਜ਼ਰੂਰ ਗਈ ਹੈ ਦੂਜੀਆਂ ਕੂੰਜਾਂ ਦੇ ਨਾਲ, ਪਰ ਜਿੰਨਾ ਚਿਰ ਉਹਨਾਂ ਕੂੰਜਾਂ ਨਾਲ ਜਾ ਕੇ ਉਹ ਮਿਲ ਨਹੀਂ ਲੈਂਦੀ, ਉਹਨਾਂ ਚਿਰ ਉਹਨੂੰ ਚੰਗਾ ਨਹੀਂ ਲੱਗਦਾ ਹੈ। ਤੇ ਮਹੀ ਆਪਣੀ ਦਸ਼ਾ ਨਿਹਾਰੋ। ਤੇ ਮਹਾਰਾਜ ਨੇ ਆਖਿਆ, ਪਠਾਨ ਜੀ ਬਿਲਕੁਲ ਤੁਹਾਡੀ ਇਸੇ ਤਰ੍ਹਾਂ ਦੀ ਦਸ਼ਾ ਹੈ ਕਿ ਜਿੰਨਾ ਚਿਰ ਤੂੰ ਉਹਨਾਂ ਪਠਾਨਾਂ ਨਾਲੋਂ ਵਿਛੜਿਆ ਤੂੰ ਵੀ ਦੁਖੀ ਰਹਿਣਾ। ਜਿੰਨਾ ਚਿਰ ਤੂੰ ਜਾ ਕੇ ਉਹਨਾਂ ਨੂੰ ਮਿਲ ਨਹੀਂ ਲੈਂਦਾ, ਉਹਨਾਂ ਚਿਰ ਤੈਨੂੰ ਸੁੱਖ ਨਹੀਂ ਮਿਲਣਾ। ਜਿਵੇਂ ਕੂੰਜਾਂ ਨਾਲੋਂ ਵਿਛੜ ਜਾਣ ਤੇ ਦੁਖੀ ਹੁੰਦੀਆਂ, ਜਿੰਨਾ ਚਿਰ ਮਿਲਦੀਆਂ ਨਹੀਂ ਸੁਖੀ ਨਹੀਂ ਹੁੰਦੀਆਂ।
ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਸਮਝ ਲੈਣਾ ਕਰੋ। ਤੂਰਨ ਮਿਲਵੇ ਹੇਤ ਸਿਧਾਰੋ। ਤੇ ਅਸੀਂ ਤੁਹਾਨੂੰ ਇਹ ਗੱਲ ਕਰਦੇ ਹਾਂ ਵੀ ਤੁਸੀਂ ਵੀ ਚੜੋ ਘੋੜਿਆਂ ਦੇ ਉੱਪਰ, ਤੇ ਜਿਹੜੇ ਤੁਹਾਡੇ ਸਾਥੀ ਅੱਗੇ 400 ਚਲੇ ਗਏ ਨੇ ਤੁਸੀਂ ਵੀ ਜਾ ਕੇ ਉਹਨਾਂ ਦੇ ਨਾਲ ਮਿਲ ਜਾਣਾ ਕਰੋ। ਨਿਕਟ ਨਾ ਤੁਮ ਕੋ ਰਾਖੈ ਅਵੈ। ਹੁਣ ਤੁਹਾਨੂੰ ਕੋਲ ਨਹੀਂ ਰੱਖਾਂਗੇ। ਇਹ ਸਿੱਖ ਨੇ ਸੁਨੇਹਾ ਦਿੱਤਾ, ਮਹਾਰਾਜ ਦਾ ਹੁਕਮ ਆਇਆ ਵੀ ਇਹ ਜਿਹੜੇ 100 ਪਠਾਨ ਰਹਿ ਗਏ ਨੇ ਇਹਨਾਂ ਨੂੰ ਵੀ ਨਹੀਂ ਰੱਖਣਾ, ਜਾਣ ਦਿਓ ਉਹਨਾਂ ਦੇ ਨਾਲ ਹੀ ਮਿਲਾ ਦਿਓ। ਇਸ ਕਰਕੇ ਤੁਹਾਨੂੰ ਹੁਣ ਰੱਖਣਾ ਨਹੀਂ ਹੈ। ਪਰੇ ਕਾਮ ਤੇ ਗੀਦੀ ਸਵੈ। ਕਿਉਂਕਿ ਜਦੋਂ ਕੰਮ ਪਏਗਾ ਇਹ ਸਾਰੇ ਗਿੱਦੜ ਹੀ ਨੇ, ਇੱਕੋ ਵਰਗੇ ਹੀ ਨੇ, ਕਾਇਰ ਹੀ ਨੇ। ਮਹਾਰਾਜ ਦਾ ਫਰਮਾਨ ਹੈ, ਅੱਜ ਤੇ ਰੁਕ ਗਏ ਨੇ, ਕੱਲ ਨੂੰ ਜੰਗ ਪੈ ਗਿਆ ਇਹਨਾਂ ਨੇ ਵੀ ਕਾਇਰ ਪੂਣਾ ਹੀ ਕਰਨਾ, ਭਜਣਾ ਤੇ ਇਹਨਾਂ ਨੇ ਵੀ। ਇਸ ਕਰਕੇ ਤੁਸੀਂ ਸਾਰੇ ਹੀ ਕਾਇਰ ਹੋ, ਸਾਰੇ ਹੀ ਡਰਪੋਕ ਹੋ, ਸਾਰੇ ਹੀ ਭਜਣ ਵਾਲੇ ਹੋ। ਕੱਲ ਨੂੰ ਜ਼ਰੂਰ ਭਜਣਾ, ਅੱਜ ਹੀ ਚਲੇ ਜਾਓ। ਹੁਣ ਤੁਹਾਨੂੰ ਫੌਜ ਵਿੱਚ ਰੱਖਣਾ ਨਹੀਂ ਹੈ। ਹਾਨ ਲਾਭ ਨਿਜ ਸੰਗਨ ਕੀਨ। ਕਿਉਂਕਿ ਭਾਵੇਂ ਨੁਕਸਾਨ ਹੋਵੇ ਤੇ ਭਾਵੇਂ ਲਾਭ ਹੋਵੇ, ਉਹ ਆਪਣੇ ਸੰਗ ਦੇ ਨਾਲ, ਆਪਣੇ ਸਾਥ ਦੇ ਨਾਲ ਹੀ ਸੋਹਣਾ ਲੱਗਦਾ। ਜੇ ਘਾਟਾ ਪਏਗਾ ਤੇ ਸਾਰੇ ਪਠਾਨਾਂ ਨੂੰ, ਨਫਾ ਹੋਵੇਗਾ ਤੇ ਸਾਰੇ ਪਠਾਨਾਂ ਨੂੰ। ਭਾਵੇਂ ਘਾਟਾ ਪਵੇ ਤੇ ਭਾਵੇਂ ਲਾਭ ਹੋਵੇ, ਇਹ ਤੇ ਆਪਣੇ ਸਾਥੀਆਂ ਦੇ ਨਾਲ ਹੀ ਤੁਹਾਨੂੰ ਲੈਣਾ ਪੈਣਾ ਹੈ। ਕਿਉਂ ਅਬ ਬੈਠੇ ਜਾਹੋ ਨਿਸ਼ੰਗ। ਤੇ ਤੁਸੀਂ ਕਿਉਂ ਨਹੀਂ ਜਾਂਦੇ ਨਿਸ਼ੰਗ ਹੋ ਕੇ? ਕਿਸੇ ਤਰ੍ਹਾਂ ਦਾ ਸ਼ੰਕਾ ਨਾ ਕਰੋ, ਤੁਹਾਨੂੰ ਕੋਈ ਨਹੀਂ ਰੋਕੇਗਾ। ਇਹ ਨਹੀਂ ਵੀ ਤੁਸੀਂ ਥੋੜ੍ਹੇ ਰਹਿ ਗਏ ਹੋ ਤੇ ਅਸੀਂ ਤੁਹਾਨੂੰ ਮਾਰ ਦਿਆਂਗੇ, ਨਹੀਂ, ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ। ਤੁਸੀਂ ਨਿਸ਼ੰਕ ਹੋ ਕੇ, ਬੇਚਿੰਤ ਹੋ ਕੇ, ਆਰਾਮ ਨਾਲ ਜਿਵੇਂ ਚਾਹੋ ਜਦੋਂ ਚਾਹੋ ਜਾ ਸਕਦੇ ਹੋ। ਗੁਰੂ ਪਾਤਸ਼ਾਹ ਦਾ ਫਰਮਾਨ ਆਇਆ ਵੀ ਤੁਸੀਂ ਵੀ ਆਪਣੇ ਦੂਜੇ ਪਠਾਨਾਂ ਨਾਲ ਜਾ ਕੇ ਮਿਲਣਾ ਕਰੋ। ਸੁਨ ਕਾਲੇ ਖਾਂ ਬਹੁਰ ਬਖਾਨਾ। ਕਾਲੇ ਖਾਨ ਨੇ ਸੁਣੇ ਨਾ ਬਚਨ, ਤੇ ਸੁਣ ਕੇ ਫਿਰ ਉਹਨੇ ਜਵਾਬ ਦਿੱਤਾ, ਕਹਿਣ ਲੱਗਾ ਵੀ ਮੇਰੀ ਇੱਕ ਬੇਨਤੀ ਸੁਣਨਾ ਕਰੋ। ਗੁਰ ਕੋ ਲਵਨ ਖਾਨ ਕਰ ਖਾਨਾ। ਅਸੀਂ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਘਰ ਦਾ ਲੂਣ ਖਾਧਾ ਹੈ, ਤੁਸੀਂ ਆਖਦੇ ਹੋ ਛੱਡ ਕੇ ਚਲੇ ਜਾਓ। ਕੂੰਜਾਂ ਦੂਜੀਆਂ ਕੂੰਜਾਂ ਨਾਲੋਂ ਵਿਛੜ ਜਾਣ ਤੇ ਰੋਣ ਲੱਗ ਪੈਂਦੀਆਂ, ਜਿੰਨਾ ਚਿਰ ਨਹੀਂ ਆਪਸ ਵਿੱਚ ਮਿਲਦੀਆਂ ਆਨੰਦ ਨਹੀਂ ਆਉਂਦਾ। ਪਰ ਕੂੰਜਾਂ ਤੇ ਇੱਕ ਪੰਛੀ ਹੈ, ਮੈਂ ਇੱਕ ਇਨਸਾਨ ਹਾਂ। ਕੂੰਜ ਨੂੰ ਭਾਵੇਂ ਸਮਝ ਨਾ ਆਵੇ ਪਰ ਮੈਨੂੰ ਸਮਝ ਹੈ ਚੰਗੇ ਤੇ ਮਾੜੇ ਦੀ। ਮੈਂ ਗੁਰੂ ਦਾ ਨਮਕ ਖਾਧਾ, ਇਸ ਕਰਕੇ ਮੈਂ ਜਾ ਨਹੀਂ ਸਕਦਾ ਹਾਂ। ਪਰੇ ਜੰਗ ਕੇ ਜਾਉ ਨਾ ਕੈਸੇ। ਹੁਣ ਮਹਾਰਾਜ ਤੇ ਪੈ ਗਿਆ ਜੰਗ, ਇਸ ਵੇਲੇ ਤੇ ਮੈਂ ਨਹੀਂ ਜਾਵਾਂਗਾ। ਜੇ ਤੁਸੀਂ ਕਹੋਗੇ ਨਾ ਵੀ ਚਲੇ ਜਾ, ਮੈਂ ਤਾਂ ਵੀ ਨਹੀਂ ਜਾਵਾਂਗਾ। ਤੁਸੀਂ ਆਖਦੇ ਹੋ ਮੈਨੂੰ ਸ਼ੰਕਾ ਨਹੀਂ ਕੋਈ, ਮੈਨੂੰ ਡਰ ਕੋਈ ਨਹੀਂ ਹੈ, ਜਦੋਂ ਮਰਜ਼ੀ ਮੈਂ ਜਾਵਾਂ, ਜਦੋਂ ਮਰਜ਼ੀ ਕਿਉਂ ਜਾਵਾਂ, ਮੈਂ ਜਾਣਾ ਹੀ ਨਹੀਂ ਹੈ। ਜਿੰਨਾ ਚਿਰ ਜੰਗ ਮੁੱਕਦਾ ਨਹੀਂ ਮੈਂ ਜਾਣਾ ਨਹੀਂ ਹੈ। ਮੈਂ ਨਾ ਬਨਹੁ ਤਿਨਹੁ ਖਲ ਜੈਸੇ। ਜਿਵੇਂ ਦੇ ਉਹ ਮੂਰਖ ਬਣੇ ਨੇ, ਦੁਨੀਆ ਨੇ ਚੰਗਾ ਥੋੜ੍ਹੀ ਕਹਿਣਾ, ਕੱਲ ਨੂੰ ਇਤਿਹਾਸ ਨੇ ਚੰਗਾ ਕੋਈ ਨਹੀਂ ਕਹਿਣਾ। ਜਿਹੜੇ ਭੱਜ ਗਏ ਨੇ ਦੁਨੀਆ ਨੇ ਆਖਣਾ ਮੂਰਖ ਸਨ, ਦੁਨੀਆ ਨੇ ਉਹਨਾਂ ਨੂੰ ਮੂਰਖ ਕਹਿਣਾ, ਪਰ ਮੈਂ ਉਹਨਾਂ ਵਰਗਾ ਮੂਰਖ ਨਹੀਂ ਬਣਨਾ ਹੈ। ਦੇਹ ਨਾ ਦੇਹ ਗੁਰੂ ਧਨ ਆਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਨਾ ਦੇਹ ਗੁਰੂ ਧਨ ਆਗੇ, ਦੇਹ ਨਾ ਦੇਹ। ਸਤਿਗੁਰੂ ਪਾਤਸ਼ਾਹ ਆਉਣ ਵਾਲੇ ਸਮੇਂ ਵਿੱਚ ਭਾਵੇਂ ਪੈਸਾ ਦੇਣ ਤੇ ਭਾਵੇਂ ਨਾ ਦੇਣ। ਇਹਦਾ ਮਤਲਬ ਇਹ ਨਹੀਂ ਹੈ ਵੀ ਮਹਾਰਾਜ ਨੇ ਆਖਿਆ ਵੀ ਅਸੀਂ ਢਾਲਾਂ ਭਰ ਕੇ ਮਾਇਆ ਦੇਵਾਂਗੇ ਜਾਂ 5 ਗੁਣਾ ਮਾਇਆ ਦੇਵਾਂਗੇ ਤੇ ਮੈਂ ਤਾਂ ਰਹਿ ਪਿਆ। ਗੁਰੂ ਕਿਹਾ ਸਿੱਖਾ ਮਹਾਰਾਜ ਨੂੰ ਬੇਨਤੀ ਕਰਦੇ ਮੇਰੇ ਵੱਲੋਂ ਜਾ ਕੇ ਵੀ ਮਹਾਰਾਜ ਜਿਹੜੀ ਤੁਸੀਂ ਆਖਦੇ ਹੋ ਨਾ 5 ਗੁਣਾ ਮਾਇਆ ਦੇਵਾਂਗੇ, ਪਿੱਛੇ ਆਪਾਂ ਇਤਿਹਾਸ ਵਿੱਚ ਇਹ ਬਚਨ ਸਰਵਣ ਕੀਤਾ, ਜਾਂ ਤੁਸੀਂ ਆਖਦੇ ਹੋ ਵੀ ਢਾਲ ਭਰ ਕੇ ਮਾਇਆ ਦੇਵਾਂਗੇ। ਮਹਾਰਾਜ ਦੀ ਮਰਜ਼ੀ ਹੈ, ਮਹਾਰਾਜ ਭਾਵੇਂ ਦੇਣ ਤੇ ਭਾਵੇਂ ਨਾ ਦੇਣ। ਜੇ ਨਾ ਵੀ ਨਾ ਦੇਣਗੇ ਤੇ ਇਹ ਕਾਲੇ ਖਣ ਕਹਿੰਦਾ ਹੈ ਆਇਓ ਪ੍ਰਥਮ ਸਿਮਰਨ ਹੈ ਭਾਗੇ। ਪਰ ਮੈਂ ਭਜਣਾ ਫਿਰ ਵੀ ਨਹੀਂ ਹੈ। ਮਹਾਰਾਜ ਨੇ ਧਨ ਤੇ ਅੱਗੇ ਦੇਣ ਦੀ ਗੱਲ ਕੀਤੀ ਹੈ, ਪਰ ਮਹਾਰਾਜ ਨੇ ਤੇ ਸਾਨੂੰ ਪਹਿਲਾਂ ਹੀ ਬੜੀਆਂ ਬਖਸ਼ਾਂ ਪਹਿਲਾਂ ਹੀ ਕੀਤੀਆਂ ਨੇ। ਮੈਂ ਤੇ ਗੁਰੂ ਘਰੋਂ ਬਹੁਤ ਕੁਝ ਲਿਆ, ਮੈਨੂੰ ਤੇ ਬਹੁਤ ਕੁਝ ਇੱਥੋਂ ਮਿਲਿਆ, ਬੜਾ ਧਨ ਮਿਲਿਆ ਮੈਨੂੰ ਤੇ ਪਹਿਲਾਂ ਹੀ ਇੰਨਾ ਕੁਝ ਮਿਲਿਆ ਵੀ ਉਹਦਾ ਵੀ ਮੈਂ ਕਰਜ਼ਦਾਰ ਹਾਂ। ਮੈਂ ਪਹਿਲੇ ਦਾ ਵੀ ਅਹਿਸਾਨ ਨਹੀਂ ਚੁਕਾ ਸਕਦਾ। ਅੱਗੇ ਭਾਵੇਂ ਮਹਾਰਾਜ ਦੇਣ ਤੇ ਭਾਵੇਂ ਨਾ ਦੇਣ, ਇਹ ਉਹਨਾਂ ਦੀ ਮਰਜ਼ੀ ਹੈ, ਪਰ ਮੈਂ ਤੇ ਪਿਛਲੀਆਂ ਹੀ ਬਖਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਭੁਲਾ ਨਹੀਂ ਸਕਦਾ ਹਾਂ। ਇਮ ਕਹਿ ਰਹਿਓ ਸਥਿਰ ਤਹਿ ਹੋਏ। ਇਸ ਤਰ੍ਹਾਂ ਕਹਿ ਕੇ ਇਹ ਪਠਾਨ ਕਹਿੰਦਾ ਵੀ ਮੈਂ ਇੱਥੋਂ ਭੱਜਣਾ ਨਹੀਂ, ਮੈਂ ਬੈਠੇ ਰਹਿਣਾ ਹੈ। ਇਸ ਤਰ੍ਹਾਂ ਕਹਿ ਕੇ ਆਪਣੀ ਥਾਂ ਤੇ ਬਹਿ ਗਿਆ, ਆਪਣੇ ਮੰਜੇ ਤੇ ਬਹਿ ਗਿਆ ਪਠਾਨ ਕਾਲੇ ਖਾਨ। ਕਹਿਣ ਲੱਗਾ ਵੀ ਮੈਂ ਤੇ ਨਹੀਂ ਜਾਣਾ ਇੱਥੋਂ, ਮਹਾਰਾਜ ਕਹਿਣਗੇ ਤਾਂ ਵੀ ਨਹੀਂ ਜਾਣਾ, ਮੈਂ ਤੇ ਇੱਥੇ ਲੜਾਂਗਾ, ਮੈਂ ਨਮਕ ਹਰਾਮੀ ਨਹੀਂ ਬਣਨਾ ਹੈ। ਸੁਣੀ ਵਾਰਤਾ ਸਤਿਗੁਰ ਸੋਏ। ਤੇ ਉਹ ਜਿਹੜਾ ਸਿੱਖ ਸੀ ਨਾ,
ਸਾਰੀ ਗੱਲਬਾਤ ਪਠਾਨ ਦੀ ਸੁਣ ਕੇ ਤੇ ਉਹਨੇ ਮਹਾਰਾਜ ਨੂੰ ਦੱਸੀ ਆ ਕੇ। ਮਹਾਰਾਜ, ਉਹ ਪਠਾਨ ਕਹਿੰਦਾ, ਮਹਾਰਾਜ ਭਾਵੇਂ ਅੱਗੇ ਮੈਨੂੰ ਤਨਖਾਹ ਦੇਣ ਤੇ ਭਾਵੇਂ ਨਾ ਦੇਣ, ਮਹਾਰਾਜ ਨੇ ਪਹਿਲਾਂ ਹੀ ਇੰਨੀਆਂ ਦਾਤਾਂ ਦਿੱਤੀਆਂ ਨੇ, ਮੈਂ ਤੇ ਉਹਦਾ ਹੀ ਬੜਾ ਕਰਜ਼ਦਾਰ ਹਾਂ, ਮੈਂ ਸ਼ਹੀਦੀ ਤੇ ਪਾਵਾਂਗਾ ਪਰ ਛੱਡ ਕੇ ਨਹੀਂ ਜਾਵਾਂਗਾ। ਇਹ ਸਿੱਖ ਨੇ ਆ ਕੇ ਮਹਾਰਾਜ ਨੂੰ ਦੱਸਿਆ ਹੈ। ਹੋਏ ਪ੍ਰਸੰਨ ਤੈ ਨਿਕਟ ਹਕਾਰਾ। ਸਤਿਗੁਰੂ ਪਾਤਸ਼ਾਹ ਇਹ ਬਚਨ ਸੁਣ ਕੇ ਬੜੇ ਖੁਸ਼ ਹੋਏ ਤੇ ਸਤਿਗੁਰੂ ਕਹਿਣ ਲੱਗੇ, ਜਾਓ ਫਿਰ ਕਾਲੇ ਖਾਨ ਨੂੰ ਬੁਲਾ ਕੇ ਲਿਆਓ। ਤੇ ਛੇਤੀ ਨਾਲ ਸਿੱਖ ਦੌੜ ਕੇ ਗਏ, ਕਾਲੇ ਖਾਨ ਨੂੰ ਬੁਲਾਇਆ ਹੈ। ਸਾਧ ਸਾਧ ਕਹਿ ਬਹੁ ਸਤਕਾਰਾ। ਜਦੋਂ ਕਾਲੇ ਖਾਨ ਆਇਆ ਨਾ ਮਹਾਰਾਜ ਦੇ ਦਰਬਾਰ ਵਿੱਚ, ਤੇ ਮਹਾਰਾਜ ਨੇ ਉਹਨੂੰ ਵੇਖ ਕੇ ਆਖਿਆ, ਸ਼ਾਬਾਸ਼ ਸ਼ਾਬਾਸ਼ ਏ ਤੇਰੇ ਪਠਾਨ, ਤੂੰ ਆਪਣਾ ਜਨਮ ਸਫਲਾ ਕੀਤਾ। ਇਹ ਪਠਾਨ ਬੱਚਿਆ, ਤੂੰ ਸਫਲਾ ਕੀਤਾ ਆਪਣਾ ਤਨ ਮਨ, ਸ਼ਾਬਾਸ਼ ਏ ਤੇਰੇ। ਜਿਹਦੇ ਮਨ ਵਿੱਚ ਇੰਨੀ ਗੈਰਤ ਹੈ, ਜਿਹਦੇ ਮਨ ਵਿੱਚ ਇੰਨੀ ਅਣਖ ਹੈ, ਜਿਹਦੇ ਮਨ ਵਿੱਚ ਇੰਨਾ ਹੌਸਲਾ ਹੈ, ਕੁਰਬਾਨੀ ਕਰਾਂਗਾ, ਮੈਦਾਨ ਨਹੀਂ ਛੱਡਾਂਗਾ, ਤੇਰੇ ਸ਼ਾਬਾਸ਼ ਹੈ। ਇਹ ਬਚਨ ਮਹਾਰਾਜ ਨੇ ਆਖੇ ਹਨ। ਕੰਚਨ ਕੇ ਕੰਕਨ ਤਿਸ ਕਾਲਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਸੋਨੇ ਦਾ ਕੰਗਣ ਪਹਿਨਿਆ ਸੀ ਆਪਣੇ ਹੱਥਾਂ ਵਿੱਚ। ਮਹਾਰਾਜ ਨੇ ਸੋਨੇ ਦਾ ਕੜਾ ਮਹਾਰਾਜ ਦੇ ਹੱਥਾਂ ਵਿੱਚ ਉਸ ਵੇਲੇ ਸ਼ੋਭਾ ਪਾਉਂਦਾ ਜਦੋਂ ਇਹ ਪਠਾਨ ਮਿਲਣ ਵਾਸਤੇ ਆਇਆ ਹੈ। ਕਰੇ ਦੇਨ ਇੱਕ ਸੰਗ ਦੁਸ਼ਾਲਾ। ਤੇ ਸਤਿਗੁਰਾਂ ਨੇ ਉਸੇ ਵੇਲੇ ਇਹਦੀ ਬਹਾਦਰੀ, ਇਹਦੀਆਂ ਗੱਲਾਂ ਸੁਣ ਕੇ ਆਪਣੇ ਹੱਥ ਵਿੱਚੋਂ ਸੋਨੇ ਦਾ ਕੰਗਣ ਉਤਾਰਿਆ ਮਹਾਰਾਜ ਨੇ ਤੇ ਕਾਲੇ ਖਾਨ ਨੂੰ ਬਖਸ਼ਿਸ਼ ਕਰ ਦਿੱਤਾ। ਇੱਕ ਵਾਰੀ ਆਖੀਏ ਸਤਨਾਮ। ਜੰਗ ਦਾ ਸਮਾਂ ਪੈ ਗਿਆ, ਦੁਸ਼ਮਣ ਸਿਰ ਤੇ ਚੜ੍ਹ ਕੇ ਆ ਗਿਆ, ਪਰ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਵੰਡਦੇ ਪਏ। ਕਾਲੇ ਖਾਨ ਪਠਾਨ ਨੂੰ ਆਖਿਆ, ਸ਼ਾਬਾਸ਼ ਏ ਪਠਾਨ ਬੱਚਿਆ, ਤੂੰ ਪਠਾਨਾਂ ਦੀ ਇੱਜ਼ਤ ਰੱਖੀ ਹੈ। ਨਾਲ ਹੀ ਇੱਕ ਸੋਨੇ ਦਾ ਕੰਗਣ ਮਹਾਰਾਜ ਨੇ ਉਤਾਰ ਕੇ ਇੱਕ ਸੋਹਣਾ ਦੁਸ਼ਾਲਾ, ਬੜਾ ਸੋਹਣਾ ਕੱਢਿਆ ਹੋਇਆ, ਬੜਾ ਸੁੰਦਰ ਬਸਤਰ, ਇੱਕ ਸੋਹਣਾ ਦੁਸ਼ਾਲਾ ਮਹਾਰਾਜ ਨੇ ਨਾਲ ਦਿੱਤਾ ਹੈ। ਕਹਿਓ ਬਹੁਰ ਸੁਨਬੀਰ ਪਠਾਨ। ਤੇ ਸਤਿਗੁਰੂ ਪਾਤਸ਼ਾਹ ਨੇ ਦੇ ਕੇ ਨਾ ਆਖਿਆ, ਕਹਿਣ ਲੱਗੇ, ਪਠਾਨ ਸੂਰਮਿਆ ਸੁਣ ਫਿਰ ਬਚਨ ਸਾਡਾ। ਜੇ ਤੂੰ ਇਹ ਗੱਲ ਕਹਿੰਦਾ ਨਾ, ਮੈਂ ਮਹਾਰਾਜ ਵਾਸਤੇ ਪ੍ਰਾਣ ਦੇ ਦਿਆਂਗਾ, ਸਰੀਰ ਲਾ ਦਿਆਂਗਾ ਦਾਤ, ਜੇ ਤੇਰੇ ਮਨ ਵਿੱਚ ਇਹ ਭਰੋਸਾ ਤੇ ਸਾਡੇ ਬਚਨ ਸੁਣਨਾ ਕਰ। ਪਰ ਐ ਪ੍ਰਸੰਨ ਮਹਾਨ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੇਰੇ ਤੇ ਅਸੀਂ ਬਹੁਤ ਪ੍ਰਸੰਨ ਹਾਂ, ਤੇਰੇ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ। ਨਿਮਕ ਹਲਾਲ ਭਇਓ ਅਬ ਤੇਰਾ। ਤੇ ਤੇਰਾ ਨਮਕ ਸਫਲਾ ਹੋ ਗਿਆ ਗੁਰੂ ਘਰੇ ਖਾਧਾ। ਉਹ ਜਿਹੜਾ ਗੁਰੂ ਘਰ ਦਾ ਲੂਣ ਖਾਧਾ ਨਾ, ਇੱਥੇ ਪ੍ਰਸ਼ਾਦਾ ਛਕਦਾ ਰਿਹਾ, ਰਹਿੰਦਾ ਰਿਹਾ। ਇਹ ਪਠਾਨ ਬੱਚੇ ਤੇਰਾ ਸਫਲਾ ਹੋ ਗਿਆ ਹੈ। ਜਿਸ ਤੇ ਚਾਹਿਓ ਜੰਗ ਬਡੇਰਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਸ ਕਰਕੇ ਤੂੰ ਗੁਰੂ ਘਰ ਦਾ ਨਮਕ ਖਾਧਾ ਤੇ ਤਾਂ ਹੀ ਤੇਰੇ ਮਨ ਵਿੱਚ ਜੰਗ ਲੜਨ ਦਾ ਜੋਸ਼ ਆਇਆ, ਤਾਂ ਹੀ ਤੂੰ ਜੰਗ ਚਾਹੁੰਦਾ ਪਿਆ ਵੀ ਜੰਗ ਹੋਵੇ ਤੇ ਮੈਂ ਦੁਸ਼ਮਣ ਦੇ ਨਾਲ ਲੜਾਂ। ਉਹਦਾ ਕਾਰਨ ਇਹ ਆ ਵੀ ਤੇਰਾ ਨਮਕ ਹਲਾਲ ਹੋਇਆ ਹੈ। ਦੂਜਿਆਂ ਨੇ ਹਰਾਮ ਕੀਤਾ ਤੇ ਉਹ ਡਰੇ ਤਾਂ ਨੇ, ਤੂੰ ਹਰਾਮ ਨਹੀਂ ਕੀਤਾ, ਤੂੰ ਹਲਾਲ ਕਰਨਾ ਚਾਹੁੰਦਾ। ਜੰਗ ਵਾਸਤੇ ਵੀ ਤੇਰੀ ਡੌਲੇ ਫੜਕਦੇ ਪਏ ਹਨ। ਹਮਨੇ ਰੁਖਸਦ ਕੀਨਸ ਤੋਹੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਅਸੀਂ ਤੈਨੂੰ ਆਪ ਰੁਖਸਦ ਕੀਤਾ ਸੀ ਵੀ ਤੂੰ ਜਾ, ਚਲੇ ਜਾਏ, ਬਚਨ ਅਸੀਂ ਆਪ ਆਖੇ ਹਨ। ਜਾਂ ਤੇ ਨਹੀਂ ਦੋਸ਼ ਕੋ ਹੋਈ। ਇਸ ਕਰਕੇ ਤੇਰੇ ਤੇ ਹੁਣ ਦੋਸ਼ ਕੋਈ ਨਹੀਂ ਰਹਿ ਗਿਆ। ਜੇ ਤੂੰ ਅਜੇ ਵੀ ਜਾਣਾ ਚਾਹੁੰਦਾ ਨਾ ਤੇ ਚਲੇ ਜਾ, ਅਸੀਂ ਤੈਨੂੰ ਬਖਸ਼ਿਸ਼ ਕਰ ਦਿੱਤੀ ਹੈ, ਸੋਨੇ ਦੇ ਕੜੇ ਮਿਲ ਗਏ ਨੇ, ਸੋਹਣਾ ਦੁਸ਼ਾਲਾ ਮਿਲ ਗਿਆ। ਜੇ ਹੁਣ ਤੂੰ ਜੰਗ ਵਿੱਚੋਂ ਜਾਣਾ ਚਾਹੁੰਦਾ, ਚਲੇ ਜਾ, ਤੈਨੂੰ ਪਾਪ ਨਹੀਂ ਲੱਗੇਗਾ, ਨਾ ਤੇਰੇ ਸਿਰ ਤੇ ਕੋਈ ਦੋਸ਼ ਲੱਗੇਗਾ। ਦੁਨੀਆ ਤੈਨੂੰ ਇਹ ਨਹੀਂ ਕਹੇਗੀ ਵੀ ਇਹ ਜੰਗ ਵਿੱਚੋਂ ਭਗੌੜਾ ਹੋ ਕੇ ਭੱਜਾ। ਦੁਨੀਆ ਇਹ ਗੱਲ ਕਹੇਗੀ ਵੀ ਇਹ ਮਹਾਰਾਜ ਦੇ ਹੁਕਮ ਦੇ ਨਾਲ ਆਇਆ। ਜਿਹੜੇ ਪਹਿਲਾਂ ਭੱਜ ਗਏ ਨੇ ਉਹ ਭਗੌੜੇ ਹੋ ਗਏ ਨੇ। ਜੇ ਤੂੰ ਜਾਣਾ ਚਾਹੁੰਦਾ ਹੁਣ ਵੀ ਚਲੇ ਜਾ, ਹੁਣ ਤੇਰੇ ਸਿਰ ਤੇ ਦੋਸ਼ ਨਹੀਂ ਲੱਗੇਗਾ ਭਗੌੜਾ ਹੋਣ ਦਾ। ਹੁਣ ਦੁਨੀਆ ਆਖੇਗੀ ਹੁਕਮ ਮੰਨ ਕੇ ਆਇਆ, ਜੇ ਜਾਣਾ ਚਾਹੁੰਦਾ ਹੈ ਤੇ ਤੂੰ ਚਲੇ ਜਾਣਾ ਕਰ। ਹਰ ਬੰਦੇ ਕਾਲੇ ਖਾਂ ਕਹੇ। ਕਹਿਣ ਲੱਗੇ, ਜਦੋਂ ਮਹਾਰਾਜ ਨੇ ਬਚਨ ਆਖੇ ਨਾ ਵੀ ਕਾਲੇ ਖਾਂ ਚਲੇ ਜਾ, ਤੈਨੂੰ ਹੁਣ ਦੋਸ਼ ਕੋਈ ਨਹੀਂ। ਇਹ ਗੱਲ ਸੁਣ ਕੇ ਕਾਲੇ ਖਾਨ ਪਠਾਨ ਨੇ ਉਸ ਵੇਲੇ ਦੋਨੇ ਹੱਥ ਜੋੜੇ ਹਨ। ਆਇਸ ਤੁਮ ਅਮੋਰ ਨਿਤ ਅਹੇ। ਕਹਿਣ ਲੱਗਾ, ਮਹਾਰਾਜ ਆਪ ਜੀ ਦੀ ਆਗਿਆ ਨਹੀਂ ਮੋੜਨੀ ਚਾਹੀਦੀ। ਵੇਦ ਇਹ ਗੱਲ ਕਹਿੰਦਾ, ਸ਼ਾਸਤਰ ਇਹ ਗੱਲ ਕਹਿੰਦਾ, ਗ੍ਰੰਥ ਇਹ ਗੱਲ ਕਹਿੰਦਾ, ਗੁਰੂ ਪੀਰ ਦਾ ਕਦੇ ਬਚਨ ਨਹੀਂ ਮੋੜਨਾ ਚਾਹੀਦਾ, ਮੰਨਣਾ ਚਾਹੀਦਾ। ਮਹਾਰਾਜ ਤੁਹਾਡੀ ਆਗਿਆ ਕਦੇ ਨਹੀਂ ਮੋੜਨੀ ਚਾਹੀਦੀ। ਤੁਸੀਂ ਆਖਦੇ ਹੋ ਨਾ ਵੀ ਕਾਲੇ ਖਾਨ ਜਾ, ਚਲੇ ਜਾ, ਤੈਨੂੰ ਦੋਸ਼ ਨਹੀਂ ਲੱਗੇਗਾ। ਤੇ ਮਹਾਰਾਜ ਮੈਂ ਵੀ ਇਹ ਵੱਡਿਆਂ ਵਡੇਰਿਆਂ ਤੋਂ ਸੁਣਿਆ ਵੀ ਗੁਰੂ ਦਾ ਬਚਨ ਕਦੇ ਮੋੜਨਾ ਨਹੀਂ ਚਾਹੀਦਾ ਹੈ। ਤੂੰ ਨ ਤਿਨ ਕੇ ਮਿਲ ਹੋਂ ਸੰਗ। ਪਰ ਮਹਾਰਾਜ ਇੱਥੇ ਮੈਂ ਆਪ ਜੀ ਦਾ ਬਚਨ ਮੋੜਨ ਲੱਗਾ ਆ।
ਵੈਸੇ ਤੇ ਗੁਰੂ ਦਾ ਬਚਨ ਮੋੜਨਾ ਨਹੀਂ ਚਾਹੀਦਾ, ਮੰਨਣਾ ਚਾਹੀਦਾ, ਪਰ ਜਿਹੜਾ ਤੁਸੀਂ ਮੈਨੂੰ ਕਹਿ ਰਹੇ ਹੋ ਨਾ ਵੀ ਜਾ ਚਲੇ ਜਾ ਬਾਕੀ ਪਠਾਣਾਂ ਦੇ ਕੋਲ, ਮਹਾਰਾਜ ਇਹ ਨਹੀਂ ਜੇ ਬਚਨ ਮੈਂ ਮੰਨਣਾ, ਇਹ ਬਚਨ ਮੈਂ ਨਹੀਂ ਮੰਨਣਾ, ਮੈਨੂੰ ਮਾਫ ਕਰ ਦਿਓ, ਮੇਰੇ ਤੇ ਗੁੱਸਾ ਨਾ ਕਰਿਓ, ਮੇਰੇ ਤੇ ਨਾਰਾਜ਼ਗੀ ਨਾ ਕਰਿਓ, ਪਰ ਇਹ ਬਚਨ ਮੇਰੇ ਕੋਲੋਂ ਨਹੀਂ ਜੇ ਮੰਨਿਆ ਜਾਣਾ, ਜਾਣ ਵਾਲਾ ਜਾਣਾ ਨਹੀਂ ਜੇ, ਮੈਂ ਇੱਥੋਂ ਮੈਂ ਜਾਣਾ ਨਹੀਂ, ਇਹ ਬਚਨ ਮੈਂ ਆਪ ਜੀ ਦਾ ਮੰਨ ਨਹੀਂ ਸਕਦਾ। ਹਾਂ ਕਹਾਂ ਕਰਾਂ ਮੈਂ ਤੁਮ ਸੋ ਜੰਗ, ਮਹਾਰਾਜ ਮੈਂ ਤੁਹਾਡੇ ਨਾਲ ਜੰਗ ਭਲਾ ਕਿਵੇਂ ਕਰਾਂਗਾ, ਜਿਹੜੇ ਮੇਰੇ ਬਾਕੀ ਪਠਾਨ ਸਾਥੀ ਨੇ ਉਹ ਭੱਜ ਕੇ ਜਾ ਕੇ ਦੁਸ਼ਮਣ ਨਾਲ ਮਿਲ ਗਏ ਨੇ, ਦੁਸ਼ਮਣ ਨਾਲ ਮਿਲ ਕੇ ਤਾਂ ਤੁਹਾਡੇ ਨਾਲ ਉਹਨਾਂ ਨੇ ਜੰਗ ਕਰਨ ਵਾਸਤੇ ਆਉਣਾ, ਪਰ ਮਹਾਰਾਜ ਮੈਂ ਨਹੀਂ ਉਹ ਕੰਮ ਕਰ ਸਕਦਾ, ਮੈਂ ਤੁਹਾਡੇ ਘਰ ਦਾ ਨਮਕ ਖਾ ਕੇ ਜਾ ਕੇ ਦੁਸ਼ਮਣ ਦੇ ਨਾਲ ਰਲ ਜਾਵਾਂ, ਦੁਸ਼ਮਣ ਦੇ ਨਾਲ ਮਿਲ ਕੇ ਤੇ ਤੁਹਾਡੇ ਨਾਲ ਜੰਗ ਕਰਾਂ, ਮਹਾਰਾਜ ਇਹ ਕਿਵੇਂ ਹੋ ਸਕਦਾ, ਇਹ ਮੇਰੇ ਕੋਲੋਂ ਨਹੀਂ ਹੋ ਸਕਦਾ, ਮੈਂ ਨਹੀਂ ਇਹ ਕਰ ਸਕਦਾ, ਦੁਸ਼ਮਣ ਦੇ ਨਾਲ ਮਿਲ ਕੇ ਮੈਂ ਤੁਹਾਡੇ ਤੇ ਹਮਲਾ ਨਹੀਂ ਕਰਾਂਗਾ, ਇਹ ਮੇਰੇ ਕੋਲੋਂ ਨਹੀਂ ਹੋਣਾ ਹੈ। ਇਹ ਕਹਿ ਬੰਧਨ ਕਰਤਾ ਹੈ ਕਾਲਾ, ਇਸ ਤਰ੍ਹਾਂ ਕਹਿ ਕੇ ਇਸ ਕਾਲੇ ਖਾਂ ਪਠਾਨ ਨੇ ਮਹਾਰਾਜ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਹੈ। ਕਾਲੇ ਖਾਂ ਵਹਿਰ ਕੋ ਚੱਲ, ਤੇ ਕਾਲੇ ਖਾਨ ਉੱਠ ਕੇ ਬਾਹਰ ਚੱਲ ਪਿਆ, ਮਹਾਰਾਜ ਮੈਂ ਤੁਹਾਨੂੰ ਛੱਡ ਕੇ ਨਹੀਂ ਜੇ ਜਾਣਾ, ਤੇ ਨਾ ਹੀ ਮੈਨੂੰ ਦੁਬਾਰਾ ਆਖਿਓ ਵੀ ਜਾ ਕਾਲੇ ਖਾਨ ਤੂੰ ਚਲੇ ਜਾ, ਨਹੀਂ ਇਹ ਬਚਨ ਨਹੀਂ ਮੈਂ ਮੰਨਾਂਗਾ, ਮਹਾਰਾਜ ਮੈਂ ਇੱਥੇ ਹੀ ਰਹਿਣਾ ਜੇ। ਇੰਨੀ ਗੱਲ ਕਹਿ ਕੇ ਕਾਲੇ ਖਾਨ ਮੱਥਾ ਟੇਕ ਕੇ ਚਲੇ ਗਿਆ ਹੈ। ਨਹਿਨ ਗਰੰਦਨ ਸਨਮੁਖ ਸਿਧਾਰਾ, ਤੇ ਨਾ ਹੀ ਇਹ ਰਾਜਿਆਂ ਨੂੰ ਮਿਲਣ ਵਾਸਤੇ ਗਿਆ, ਨਾ ਰਾਜਿਆਂ ਨੂੰ ਜਾ ਕੇ ਮਿਲਿਆ ਹੈ। ਅਪਰ ਥਾਨ ਡੇਰਾ ਕਿਤ ਡਾਰਾ, ਇਹਨੇ ਕਿਤੇ ਹੋਰ ਥਾਂ ਤੇ ਡੇਰਾ ਕਰ ਲਿਆ, ਕਹਿਣ ਲੱਗਾ ਵੀ ਮੈਂ ਉਹਨਾਂ ਪਹਾੜੀ ਰਾਜਿਆਂ ਨਾਲ ਤੇ ਨਹੀਂ ਮਿਲਾਂਗਾ, ਨਾ ਗੁਰੂ ਤੇ ਹਮਲਾ ਕਰਾਂਗਾ, ਹੋਰ ਆਪਣਾ ਡੇਰਾ ਕਰਕੇ ਬੈਠ ਗਿਆ ਹੈ। ਅਬ ਸੁਣੀਏ ਜੇ ਗਏ ਪਠਾਨ, ਭਾਈ ਸੰਤੋਖ ਸਿੰਘ ਜੀ ਕਹਿੰਦੇ ਲੈਓ ਭਾਈ ਤੁਹਾਨੂੰ ਹੁਣ ਉਹਨਾਂ ਦੀ ਕਥਾ ਸੁਣਾਈਏ ਜਿਹੜੇ 400 ਪਠਾਨ ਮਹਾਰਾਜ ਨੂੰ ਛੱਡ ਕੇ ਗਏ ਨੇ ਨਾ ਪਹਾੜੀ ਰਾਜਿਆਂ ਵੱਲ, ਆਓ ਉਹਨਾਂ ਦਾ ਕੀ ਹਾਲ ਹੋਇਆ ਹੈ ਉਹ ਸੁਣੀਏ। ਕਹਿਣ ਲੱਗੇ ਉਹ ਜਿਹੜੇ ਪਠਾਨ ਗਏ ਹਨ, ਫਤਿਹ ਸ਼ਾਹ ਉਤਰਿਓ ਜਿਸ ਥਾਂ ਤੇ ਫਤਿਹ ਸ਼ਾਹ ਰਾਜਾ ਉਤਰਿਆ ਸੀ, ਜੰਗ ਤੋਂ ਹਾਲੇ ਥੋੜਾ ਦੂਰ ਹੈ ਫਤਿਹ ਸ਼ਾਹ ਰਾਜਾ, ਉਹਨੇ ਇੱਕ ਟਿਕਾਣਾ ਵੇਖ ਕੇ ਆਪਣੀ ਫੌਜ ਦੇ ਸਮੇਤ ਉਤਰਿਆ, ਕਿਤੇ ਉਹਨੇ ਡੇਰਾ ਕੀਤਾ ਸੀ, ਫਤਿਹ ਸ਼ਾਹ ਰਾਜਾ ਉੱਥੇ ਬੈਠਾ ਹੈ। ਕੇਤਕ ਦੂਰ ਸਿਵਰ ਕਹੋ ਘਾਲਾ, ਤੇ ਇਸ ਨੇ ਆਪਣਾ ਡੇਰਾ ਕੀਤਾ ਹੋਇਆ, ਫਤਿਹ ਸ਼ਾਹ ਰਾਜੇ ਨੇ ਕਿਤੇ ਸੋਹਣਾ ਮੈਦਾਨੀ ਇਲਾਕਾ ਵੇਖ ਕੇ ਲਗਾਏ ਮਿਲ ਇੱਕ ਥਲ ਜਾਲਾ, ਇਸ ਰਾਜੇ ਨੇ ਨਾ ਸਾਰੇ ਘੋੜੇ ਇੱਕ ਲਾਈਨ ਵਿੱਚ ਬੱਧੇ ਹੋਏ ਕਤਾਰ ਦੇ ਵਿੱਚ। ਇਹ ਜਿਹੜੇ ਬਾਕੀ ਪਠਾਨ ਗਏ ਨਾ ਕਹਿੰਦੇ ਉਹਨਾਂ ਦੀ ਤੁਹਾਨੂੰ ਹਕੀਕਤ ਸੁਣਾਈਏ ਵੀ ਉਹ ਕੀ ਕਰਦੇ ਪਏ। ਫਤਿਹ ਸ਼ਾਹ ਰਾਜਾ ਮਹਾਰਾਜ ਦੇ ਨਾਲ ਲੜਨ ਤੋਂ ਪਹਿਲਾਂ ਕਿਸੇ ਮੈਦਾਨ ਦੇ ਵਿੱਚ ਬਰਾਬਰ ਦੀ ਸੋਹਣੀ ਜੀ ਜਗ੍ਹਾ ਵੇਖ ਕੇ ਫੌਜ ਲੈ ਕੇ ਉਤਰਿਆ ਸੀ, ਤੇ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਵੀ ਘੋੜਿਆਂ ਨੂੰ ਇੱਕ ਪਾਸੇ ਸਾਈਡ ਤੇ ਬੰਨ੍ਹ ਦਿਓ ਸਾਰਿਆਂ ਨੂੰ ਕਤਾਰ ਦੇ ਵਿੱਚ। ਉਹਨੇ ਘੋੜੇ ਬੱਧੇ ਹੋਏ ਹਨ, ਸ਼ਸਤਰਨ ਸਹਿਤ ਸਭਾ ਕੋ ਗਏ, ਤੇ ਕਹਿਣ ਲੱਗੇ ਵੀ ਇਸੇ ਤਰ੍ਹਾਂ ਇਹ ਜਿਹੜੇ ਪਠਾਨ ਨੇ ਇਹ ਵੀ ਸ਼ਸਤਰ ਸਜਾ ਕੇ ਸੋਹਣੇ ਸੂਰਮੇ ਬਣ ਕੇ ਇਹ ਵੀ ਉਹਦੀ ਕਚਹਿਰੀ ਵਿੱਚ ਪਹੁੰਚ ਗਏ ਹਨ। ਗੁਰਦਰੋਹੀ ਜਹੇ ਇਕੱਠੇ ਭਏ, ਜਿੱਥੇ ਗੁਰੂ ਪਾਤਸ਼ਾਹ ਦੇ ਦਰੋਹੀ, ਗੁਰੂ ਘਰ ਦੇ ਵਿਰੋਧੀ ਫਤਿਹ ਸ਼ਾਹ ਵਰਗੇ ਜਾਂ ਹੋਰ ਕਈ ਰਾਜੇ ਜਿੱਥੇ ਇਕੱਠੇ ਹੋ ਕੇ ਬੈਠੇ ਸਨ। ਫਤਿਹ ਸ਼ਾਹ ਥਿਤ ਸਭਾ ਮਝਾਰੀ, ਤੇ ਕਹਿਣ ਲੱਗੇ ਵੀ ਉਹਨਾਂ ਸਾਰਿਆਂ ਦੇ ਵਿੱਚ ਫਤਿਹ ਸ਼ਾਹ ਰਾਜਾ ਬੈਠਾ ਹੋਇਆ ਹੈ, ਜੋ ਸਭ ਬਿਦ ਠਾਨਤ ਰਣ ਤਿਆਰੀ। ਇਹ ਫਤਿਹ ਸ਼ਾਹ ਰਾਜਾ ਗੁਰਮੁਖੋ ਵੀ ਸਾਰੀ ਜੰਗ ਦੀ ਤਿਆਰੀ ਕਰਦਾ ਪਿਆ ਸੀ ਵੀ ਆਪਾਂ ਜੰਗ ਕਿਵੇਂ ਕਰਨਾ, ਕਿਹੜੀ ਫੌਜ ਨੇ ਅਗਲੇ ਪਾਸੇ ਤੋਂ ਹਮਲਾ ਕਰਨਾ, ਕਿਹਨੇ ਪਿੱਛੋਂ ਪੈਣਾ, ਸੱਜਿਓਂ ਖੱਬਿਓਂ ਕੌਣ ਦਾ ਲਾਏਗਾ, ਤੀਰਾਂ ਵਾਲੇ ਕਿਵੇਂ ਲੜਨਗੇ, ਤਲਵਾਰ ਵਾਲੇ ਕਿਵੇਂ ਲੜਨਗੇ, ਬੰਦੂਕਾਂ ਵਾਲੇ ਕਿਵੇਂ ਲੜਨਗੇ। ਉਹ ਪੂਰੀ ਵਿਉਂਤਬੰਦੀ ਬਣਾਉਂਦਾ ਪਿਆ ਇੱਥੇ ਬੈਠ ਕੇ ਵੀ ਜੰਗ ਕਿਵੇਂ ਹੋਣਾ ਹੈ। ਕਈ ਹਜ਼ਾਰ ਪਹਾੜੀ ਵੀਰ, ਕਹਿਣ ਲੱਗੇ ਵੀ ਇਹ ਪਹਾੜੀਆਂ ਦੀ ਫੌਜ ਦੀ ਗਿਣਤੀ ਕਈ ਹਜ਼ਾਰ ਹੈ, ਇਹ ਸੈਂਕੜਿਆਂ ਵਿੱਚ ਨਹੀਂ ਵੀ 400 ਜਾਂ 500 ਨੇ, ਕਈ ਹਜ਼ਾਰ ਗਿਣਤੀ ਫੌਜ ਇਹਨਾਂ ਪਹਾੜੀ ਰਾਜਿਆਂ ਦੀ ਹੈ। ਤਰੇ ਤੁਪਕ ਤੋਮਰ ਅਸਤੀਰ, ਇਹਨਾਂ ਨੇ ਹੱਥ ਵਿੱਚ ਬੰਦੂਕਾਂ ਫੜੀਆਂ ਹੋਈਆਂ, ਕਿਸੇ ਨੇ ਬਰਛਾ ਫੜਿਆ ਹੋਇਆ, ਕਿਸੇ ਨੇ ਹੱਥ ਵਿੱਚ ਤੀਰ ਪਕੜਿਆ ਹੋਇਆ ਹੈ। ਚੁੱਪ ਸਲਾਮ ਕਰ ਥਰੇ ਅਗਾਰੀ, ਇਹ ਸਾਰੇ ਪਠਾਨਾਂ ਨੇ ਜਾ ਕੇ ਜਿੱਥੇ ਇਹ ਪਹਾੜੀਆ ਰਾਜਾ ਫਤਿਹ ਸ਼ਾਹ ਬੈਠਾ ਸੀ ਇਹਨਾਂ ਨੇ ਝੁਕ ਕੇ ਜਾ ਕੇ ਉਹਨੂੰ ਸਲਾਮ ਕੀਤੀ ਹੈ। ਸਾਦਰ ਭੂਪਤ ਗਿਰਾ ਉਚਾਰੀ, ਉਸ ਵੇਲੇ ਰਾਜੇ ਨੇ ਵੇਖਿਆ ਵੀ ਇਹ ਤੇ ਉਹ ਪਠਾਨ ਨੇ ਜਿਹੜੇ ਗੁਰੂ ਨਾਲ ਦਗਾ ਕਰਕੇ ਆਏ। ਰਾਜੇ ਜਿਹੜੇ ਹੋਇਆ ਕਰਦੇ ਨਾ ਗੁਰਮੁਖੋ ਬੜੇ ਚਲਾਕ ਹੋਇਆ ਕਰਦੇ, ਬੜੇ ਸੂਝਵਾਨ, ਬੜੇ ਨੀਤੀ ਪੜ੍ਹੇ ਹੋਇਆ ਕਰਦੇ।
ਹੁਣ ਰਾਜਾ ਵੀ ਇਹ ਗੱਲ ਜਾਣਦਾ ਹੈ ਵੀ ਇਹ ਮਹਾਰਾਜ ਦੇ ਕੋਲ ਰਹੇ ਨੇ, ਉੱਥੇ ਇਹਨਾਂ ਨੇ ਤਨਖਾਹਾਂ ਵੀ ਲਈਆਂ ਨੇ, ਬੜੇ ਆਨੰਦ ਲਏ ਨੇ। ਅੱਜ ਇਹ ਮਹਾਰਾਜ ਨੂੰ ਛੱਡ ਕੇ ਆਏ ਤੇ ਕਿਉਂ ਆਏ? ਰਾਜੇ ਨੂੰ ਵੀ ਇਸ ਗੱਲ ਦਾ ਪਤਾ ਵੀ ਇਹ ਕਿਉਂ ਆਏ ਨੇ, ਮਹਾਰਾਜ ਨੂੰ ਛੱਡ ਕੇ ਮੇਰੇ ਕੋਲ ਕਿਉਂ ਆਏ। ਜਦੋਂ ਇਹ ਪਠਾਨ ਗਏ ਨਾ ਰਾਜੇ ਦੇ ਸਾਹਮਣੇ, ਜਾਂਦਿਆਂ ਜਾਂਦਿਆਂ ਪਹਿਲਾਂ ਰਾਜੇ ਦੇ ਘੋੜੇ ਵੇਖ ਗਿਆ ਵੀ ਸਾਹਮਣੇ ਘੋੜੇ ਉਹਨੇ ਲੈਣ ਵਿੱਚ ਬੱਧੇ ਹੋਏ। ਘੋੜਿਆਂ ਨੂੰ ਵੇਖ ਕੇ ਵੀ ਮਨ ਬੇਈਮਾਨ ਹੈ। ਰਾਜੇ ਦੇ ਸਾਹਮਣੇ ਗਏ, ਇਹਨਾਂ ਪਠਾਨ ਜਰਨੈਲਾਂ ਨੇ ਜਦੋਂ ਜਾ ਕੇ ਨਮਸਕਾਰ ਕੀਤੀ, ਫਤਿਹ ਸ਼ਾਹ ਰਾਜੇ ਨੇ ਇਹਨਾਂ ਦੇ ਮੂੰਹ ਵੱਲ ਵੇਖਿਆ, ਜਦੋਂ ਅੱਖਾਂ ਵੱਲ ਵੇਖਿਆ ਨਾ ਇਹਨਾਂ ਦੇ ਵੱਲ, ਤੇ ਫਤਿਹ ਸ਼ਾਹ ਰਾਜਾ ਸਮਝ ਗਿਆ ਉਸ ਵੇਲੇ ਵੀ ਇਹ ਪਠਾਨ ਕੀ ਕਰਨਾ ਚਾਹੁੰਦੇ ਨੇ, ਕੀ ਕਰਨਗੇ। ਇਹਨਾਂ ਦਾ ਚਿਹਰਾ ਪੜ ਲਿਆ ਰਾਜੇ ਫਤਿਹ ਸ਼ਾਹ ਨੇ। ਹੁਣ ਇਹਨਾਂ ਨੂੰ ਅੱਗੋਂ ਕੀ ਜਵਾਬ ਦਿੰਦਾ ਤੇ ਇਹ ਪਠਾਨ ਕੀ ਕਰਨਗੇ ਫਤਿਹ ਸ਼ਾਹ ਰਾਜੇ ਦੇ ਨਾਲ, ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲੇਖਾ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।